ਧੰਨ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਧੰਨ ਵਾਹਿਗੁਰੂ ਜੀ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਹਫ਼ਤਾਵਾਰੀ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਪਾਠ, ਗੁਰਬਾਣੀ ਕੀਰਤਨ ਆਪ ਜੀਆਂ ਨੇ ਸਰਵਣ ਕੀਤੇ ਹਨ। ਚੱਲ ਰਹੀ ਲੜੀਵਾਰ ਕਥਾ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਲੋਕਾਂ ਦੀ ਅੱਜ ਜਿਹੜੇ ਸ਼ਲੋਕ ਦੀ ਅਸੀਂ ਵਿਚਾਰ ਕਰਨੀ ਹੈ ਸਾਧ ਸੰਗਤ ਜੀ, ਉਹ ਲੜੀ ਵਿੱਚ 16 ਨੰਬਰ ਸ਼ਲੋਕ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜੋ ਇਸ ਪਾਵਨ ਸ਼ਬਦ ਦੇ ਅੰਦਰ ਬਖਸ਼ਿਸ਼ ਕੀਤੀ ਹੈ, ਜਿਵੇਂ ਸਤਿਗੁਰੂ ਕਿਰਪਾ ਕਰਨਗੇ, ਮਤ ਬੁੱਧ ਸੋਝੀ ਬਖਸ਼ਿਸ਼ ਕਰਨਗੇ, ਉਹਦੇ ਮੁਤਾਬਕ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ ਯਤਨ ਕਰਾਂਗਾ। ਆਓ ਸਤ ਸੰਗਤ ਜਿਤਨੇ ਵੀ ਅਸੀਂ ਗੁਰੂ ਚਰਨਾਂ 'ਚ ਜੁੜ ਬੈਠੇ ਹਾਂ, ਆਪ ਜੀ ਨੂੰ ਪਤਾ ਹੈ ਕਿ ਸ਼ੁਰੂਆਤ ਵਿੱਚ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਦਾ ਹੁੰਨਾ ਕਿ ਆਪੇ ਸਾਰੇ ਰਲ ਕੇ ਵਾਹਿਗੁਰੂ ਦਾ ਉਚਾਰਨ ਕਰਨਾ ਹੁੰਦਾ ਹੈ, ਜਿਸ ਦਾ ਮਤਲਬ ਇੰਨਾ ਹੈ ਕਿ ਸਾਡਾ ਮਨ ਇਧਰੋਂ ਉਧਰੋਂ ਜਿਹੜਾ ਉਡਾਰੀਆਂ ਮਾਰਦਾ, ਕਿਸੇ ਤਰੀਕੇ ਨਾਲ ਉਹਨੂੰ ਮੋੜ ਕੇ ਵਿਚਾਰ ਵਾਲੇ ਬੰਨੇ ਲੈ ਆਈਏ। ਮੈਂ ਆਪਣੇ ਆਪ ਨੂੰ ਸ਼ਾਮਲ ਕਰਕੇ ਹੀ ਕਹਿ ਰਿਹਾ ਕਿ ਮੇਰਾ ਮਨ ਤੇ ਤੁਹਾਡਾ, ਸਾਡਾ ਸਾਰਿਆਂ ਦਾ ਵਿਚਾਰ ਦੇ ਵਿੱਚ, ਮੇਰਾ ਕਰਮ 'ਚ ਤੇ ਤੁਹਾਡਾ ਸੁਣਨ ਦੇ ਵਿੱਚ ਇਹ ਮਨ ਜੁੜ ਜਾਏ। ਇਸ ਕਰਕੇ ਗੁਰੂ ਕੋਲੋਂ ਅਸੀਸ ਲਈਦੀ ਹੈ ਤੁਹਾਡੇ ਸੰਗਤਾਂ ਦੇ ਰਾਹੀਂ। ਕਰੋ ਕਿਰਪਾ ਸਾਰੇ ਮਾਈ ਭਾਈ, ਪਿਆਰ ਸਹਿਤ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਕਿਰਪਾ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਜੋ ਬਖਸ਼ਿਸ਼ ਕਰ ਰਹੇ ਹਨ, ਪਹਿਲਾਂ ਅੱਖਰੀ ਅਰਥ ਸਮਝੀਏ। ਮਹਾਰਾਜ ਕਹਿ ਰਹੇ ਨੇ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਭੈ ਦਾ ਮਤਲਬ ਹੋ ਗਿਆ ਡਰ, ਸਭ ਨੂੰ ਸਮਝ ਆ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਜੋ ਕਿਸੇ ਨੂੰ ਡਰਾਉਂਦਾ ਨਹੀਂ ਤੇ ਜਿਹੜਾ ਕਿਸੇ ਦੇ ਭੈ ਨੂੰ ਮੰਨਦਾ ਨਹੀਂ, ਦੋਨੋਂ ਗੱਲਾਂ ਸਮਝਿਓ ਜੀ। ਨਾ ਤੇ ਕਿਸੇ ਨੂੰ ਭੈ ਦਿੰਦਾ ਹੈ, ਨਾ ਡਰਾਉਂਦਾ ਹੈ, ਨਾ ਦਬਕਾਉਂਦਾ ਹੈ, ਤੇ ਨਾ ਹੀ ਕਿਸੇ ਦਾ ਉਹ ਭੈ ਮੰਨਦਾ ਹੈ, ਨਾ ਹੀ ਕਿਸੇ ਦਾ ਡਰ ਮੰਨਦਾ ਹੈ। ਨਾ ਡਰ ਦਿੰਦਾ ਹੈ, ਨਾ ਡਰ ਮੰਨਦਾ ਹੈ। ਮਹਾਰਾਜ ਕਹਿੰਦੇ ਉਹ ਕੌਣ ਹੈ? ਕਹੋ ਨਾਨਕ ਸੁਨ ਰੇ ਮਨਾ। ਹੇ ਮੇਰੇ ਮਨਾ, ਇਹ ਗੱਲ ਧਿਆਨ ਨਾਲ ਸੁਣ ਲੈ। ਜਦੋਂ ਸ਼ਬਦ ਆਏਗਾ ਨਾ, ਕਹੋ ਨਾਨਕ ਸੁਨ ਰੇ ਮਨਾ, ਉਹਦਾ ਮਤਲਬ ਹੁੰਦਾ ਹੇ ਮੇਰੇ ਮਨ ਧਿਆਨ ਨਾਲ ਸੁਣ ਇਸ ਗੱਲ ਨੂੰ। ਉਹ ਗੱਲ ਇਹ ਹੈ ਕਿ ਗਿਆਨੀ ਤਾਹੇ ਬਖਾਨ। ਬਖਾਨ ਦਾ ਮਤਲਬ ਹੁੰਦਾ ਕਹਿਣਾ, ਆਖਣਾ। ਮਹਾਰਾਜ ਕਹਿੰਦੇ ਨੇ ਉਹਨੂੰ ਗਿਆਨੀ ਸਮਝੋ, ਉਹਨੂੰ ਗਿਆਨਵਾਨ ਸਮਝੋ, ਉਹਨੂੰ ਪੜ੍ਹਿਆ ਲਿਖਿਆ ਸਮਝੋ, ਉਹਨੂੰ ਸੂਝਵਾਨ ਸਮਝੋ।
ਜਿਹੜਾ ਮਨੁੱਖ ਨਾ ਤੇ ਕਿਸੇ ਨੂੰ ਭੈ ਦਿੰਦਾ ਹੈ, ਡਰਾਉਂਦਾ ਹੈ, ਤੇ ਨਾ ਕਿਸੇ ਦੇ ਭੈ ਨੂੰ ਮੰਨਦਾ ਹੈ। ਤੁਹਾਨੂੰ ਵੇਖਣ ਵਿੱਚ ਤਾਂ ਸ਼ਲੋਕ ਬੜਾ ਸਰਲ ਲੱਗਦਾ ਹੈ, ਵੇਖਣ ਵਿੱਚ ਇਹਦੇ ਅਰਥ ਬੜੇ ਸੌਖੇ ਲੱਗਦੇ ਨੇ। ਇਸ ਜਿੰਨਾ ਇਹ ਸ਼ਬਦ ਸਾਨੂੰ ਬਾਹਰੋਂ ਸੌਖਾ ਲੱਗਦਾ ਨਾ, ਪੜ੍ਹਨ 'ਚ ਤੇ ਸੁਣਨ 'ਚ ਤੇ ਵੇਖਣ 'ਚ, ਉਨਾ ਸੌਖਾ ਹੈ ਨਹੀਂ ਜੀ ਅਸਲ 'ਚ। ਕਿਉਂਕਿ ਇਸ ਸ਼ਲੋਕ ਦੇ ਥੱਲੇ ਬਹੁਤ ਕੁਝ ਹੋ ਰਿਹਾ ਹੈ। ਇਸ ਸ਼ਲੋਕ ਨੂੰ ਆਧਾਰ ਬਣਾ ਕੇ ਬੜਾ ਕੁਝ ਹੋ ਰਿਹਾ ਹੈ। ਇਸ ਸ਼ਲੋਕ ਦੇ ਅਰਥ ਜਦੋਂ ਲੋਕੀ ਇਹ ਕੱਢ ਲੈਂਦੇ ਨੇ, ਜਿਹੜਾ ਗਰੀਬ ਹੈ ਉੱਥੇ ਡਾਂਗਾ ਚੱਕ ਲੈਂਦੇ ਨੇ, ਕਹਿੰਦੇ ਖਾਲਸਾ ਨਹੀਂ ਡਰਦਾ ਕਿਸੇ ਤੋਂ, ਅਸੀਂ ਨਹੀਂ ਕਿਸੇ ਦਾ ਭੈ ਮੰਨਦੇ। ਤੇ ਕੁੱਟਣਾ ਕਿਹਨਾਂ ਨੂੰ? ਜਿਹੜਾ ਵਿਚਾਰਾ ਕਿਸੇ ਕੋਲੋਂ ਪਾਠ ਕਰਦਿਆਂ ਕੋਈ ਭੁੱਲ ਹੋ ਗਈ, ਜਿਹੜਾ ਵਿਚਾਰਾ ਜਾਣੇ ਅਣਜਾਣੇ ਕੋਈ ਗਲਤੀ ਕਰ ਗਿਆ, ਉਹਨੂੰ ਡਾਂਗਾ ਚੱਕ ਕੇ ਤੇ ਉਹਦੇ ਦਿਵਾਲੇ ਹੋ ਜਾਓ, ਉਹਦੀ ਲੱਤਾਂ ਬਾਹਾਂ ਤੋੜ ਦਿਓ, ਉਹ ਖਾਲਸਾ ਨਹੀਂ ਡਰਦਾ ਕਿਸੇ ਤੋਂ। ਆਹ ਘਟਨਾ ਇੱਕ ਦੋ ਵਾਪਰੀਆਂ ਨਾ ਪੰਜਾਬ 'ਚ। ਮੈਂ ਸ਼ੁਰੂ 'ਚ ਤਾਂ ਥੋੜਾ ਜਿਹਾ ਕਹਿਣ ਲੱਗਾ ਕਿਉਂਕਿ ਤੁਹਾਡੀ ਸੁਰਤ ਬਣ ਜਾਏ ਵੀ ਵਿਚਾਰ ਕੀ ਅਸਲ ਵਿੱਚ ਇਹਦੇ 'ਚ ਕੀ ਕਹਿਣਾ ਚਾਹੁੰਦੇ ਮਹਾਰਾਜ। ਉਹ ਦਰਬਾਰ ਸਾਹਿਬ ਦੇ ਸਾਹਮਣੇ ਕੋਈ ਉਹ ਪਤਾ ਨਹੀਂ ਉਹ ਨੌਜਵਾਨ ਨੇ ਕੀ ਨਸ਼ਾ ਕੀਤਾ ਜਾਂ ਕਰਦਾ ਸੀ, ਜਾਂ ਹਾਲਾਂਕਿ ਬਾਹਰ ਹੈ, ਦਰਬਾਰ ਸਾਹਿਬ ਦੇ ਅੰਦਰ ਨਹੀਂ ਉਹ। ਤੇ 2 ਮਿੰਟ ਹੀ ਲੱਗੇ, 30-35 ਸਾਲ ਦਾ ਨੌਜਵਾਨ, 2 ਨਿਹੰਗ ਸਿੰਘਾਂ ਨੇ। ਚਲੋ ਨਿਹੰਗ ਸਿੰਘ ਮਾੜਾ ਸ਼ਬਦ ਨਹੀਂ, ਮੈਂ ਵੀ ਉਹਨਾਂ 'ਚ ਹੀ ਰਿਹਾ ਹਾਂ। ਸਾਰੇ ਇਹੋ ਜਿਹੇ ਨਹੀਂ ਹੁੰਦੇ, ਬਹੁਤ ਕਿਰਪਾ ਵਾਲੇ ਵੀ ਹੈਗੇ ਨੇ, ਪਰ ਜਿਹਨੇ ਮੇਰੇ ਵਰਗੇ ਕੇਵਲ ਵਿਖਾਵਾ ਬਣਾਈ ਬੈਠੇ ਨੇ, ਬਾਹਰੋਂ ਐਵੇਂ ਨਿਹੰਗ ਹੋਣ ਦਾ ਬਾਹਰੋਂ ਭਰਮ ਪਾਲ ਕੇ ਬੈਠੇ ਨੇ। 2 ਮਿੰਟ ਨਹੀਂ ਲਾਏ, 30-35 ਸਾਲ ਦਾ ਨੌਜਵਾਨ ਮਾਪਿਆਂ ਦਾ ਵੱਢ ਕੇ ਰੱਖ ਦਿੱਤਾ ਉੱਥੇ। ਗੱਲ ਕੀ ਸੀ? ਮੰਨ ਲਓ ਉਹਨੂੰ ਪਿਆਰ ਨਾਲ ਸਮਝਾਓ, ਤੂੰ ਜੇ ਭਲਿਆ ਤੂੰ ਕੋਈ ਨਸ਼ਾ ਕਰਦਾ, ਏਦਾਂ ਨਸ਼ਾ ਨਾ ਕਰ, ਨਹੀਂ ਕਰਨਾ ਚਾਹੀਦਾ, ਪ੍ਰੇਮ ਨਾਲ ਸਮਝਾਓ, ਵੱਢ ਕੇ। ਤੇ ਫਿਰ ਕਹੋ ਜੀ ਖਾਲਸਾ ਨਹੀਂ ਡਰਦਾ ਕਿਸੇ ਤੋਂ, ਅਸੀਂ ਤਾਂ ਭੈ ਨਹੀਂ ਕਿਸੇ ਦਾ ਮੰਨਦੇ। ਇਹ ਕਿਹੜਾ ਵੀ ਖਾਲਸਾ ਹੋਇਆ? ਤਾਂ ਮੈਂ ਕਹਿ ਲੱਗਾ ਸ਼ਲੋਕ ਦੇ ਅਰਥ ਬੜੇ ਗਹਿਰੇ ਜੇ, ਜਿਹੜਾ ਅੱਜ ਆਪਾਂ ਵਿਚਾਰਨਾ ਹੈ। ਮਹਾਰਾਜ ਕਹਿ ਰਹੇ ਨੇ, ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਏ ਬਖਾਨ। ਉਹਨੂੰ ਗਿਆਨਵਾਨ ਸਮਝੋ, ਉਹਨੂੰ ਗਿਆਨੀ ਸਮਝੋ ਜਿਹੜਾ ਇਸ ਚੀਜ਼ ਨੂੰ ਮੰਨਦਾ ਹੈ। ਆਓ ਹੁਣ ਸਿੱਧੀ ਵਿਆਖਿਆ ਕਰਨੀ ਹੈ। ਭੈ ਸ਼ਬਦ ਪਹਿਲਾਂ ਸਮਝੀਏ। ਭੈ ਗੁਰਮੁਖੋ ਇੱਕ ਨਿਰਮਲ ਭਾਉ ਗੁਰਬਾਣੀ ਚ ਆਉਂਦਾ। ਭੈ ਇੱਕ ਹੁੰਦਾ ਮੈਲਾ ਭੈ। ਜਿਹੜਾ ਨਿਰਮਲ ਭਾਉ ਹੈ ਨਾ, ਉਹ ਤੇ ਗੁਰੂ ਦੀ ਬਾਣੀ ਕਹਿੰਦੀ ਜਦ ਤੱਕ ਸਾਡੇ ਕੋਲ ਨਹੀਂ ਹੋਏਗਾ ਪਰਮਾਤਮਾ ਨਾਲ ਨੇੜਤਾ ਨਹੀਂ ਬਣਦੀ। ਕਿਉਂਕਿ ਭੈ ਤੋਂ ਬਿਨਾ ਖੇਡ ਨਹੀਂ ਬਣ ਸਕਦੀ। ਗੁਰੂ ਸਾਹਿਬ ਕਹਿੰਦੇ ਨੇ, ਦੱਸੋ ਸੰਸਾਰ ਅੰਦਰ ਕਿਹੜੀ ਚੀਜ਼ ਹੈ ਜਿਹੜੀ ਭੈ ਤੋਂ ਬਿਨਾ ਹੈ? ਸਾਰਾ ਕੁਝ ਤਾਂ ਭੈ ਚ, ਡਰ ਵਿੱਚ ਤਾਂ ਸਾਰਾ ਕੁਝ ਹੈ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਤੇ। ਉਹ ਸਾਰਾ ਸ਼ਲੋਕ ਪੜ੍ਹ ਕੇ ਦੇਖੋ ਤੁਸੀਂ। ਭੈ ਵਿੱਚ ਅਗਨ ਕੱਢਿਆ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰਿਆ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦਵਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸਰਨਾਥ, ਭੈ ਵਿੱਚ ਆ ਡਾਣੇ ਆਕਾਸ਼। ਕਿੰਨਾ ਕੁਝ ਕਿਹਾ ਮਹਾਰਾਜ ਨੇ। ਕਹਿੰਦੇ ਕਿਹੜੀ ਜਿਹੜੀ ਡਰ ਵਿੱਚ ਨਹੀਂ ਹੈ। ਪਰ ਕਿਹਦੇ ਭੈ ਚ ਗਿਆ? ਬੰਦੇ ਦੇ ਭੈ ਚ ਨਹੀਂ ਇੱਥੇ ਮਹਾਰਾਜ ਨੇ ਕਿਹਾ। ਉਸ ਦੇ ਭੈ ਵਿੱਚ ਹੈ ਜਿਹੜਾ ਸਾਰਿਆਂ ਨੂੰ ਚਲਾ ਰਿਹਾ ਹੈ। ਉਹਦੇ ਡਰ ਵਿੱਚ, ਉਹਦੇ ਭੈ ਵਿੱਚ ਸਾਰਾ ਕੁਝ ਚੱਲ ਰਿਹਾ ਹੈ। ਤੇ ਮਹਾਰਾਜ ਕਹਿੰਦੇ ਨੇ ਬਾਕੀ ਤਾਂ ਸਾਰਾ ਕੁਝ ਉਹਦੇ ਭੈ ਵਿੱਚ ਹੈ। ਬੰਦਾ ਉਹਦੇ ਭੈ ਤੋਂ ਬਾਹਰ ਹੋਇਆ, ਬੰਦਾ ਉਹਦੇ ਡਰ ਤੋਂ ਬਾਹਰ ਹੋ ਗਿਆ, ਬਾਕੀ ਸਾਰਾ ਕੁਝ ਉਹਦੇ ਭੈ ਵਿੱਚ ਚੱਲ ਰਿਹਾ। ਦੂਸਰੀ ਗੱਲ, ਥੋੜਾ ਜਿਹਾ ਪਹਿਲਾਂ ਅਸੀਂ ਇਸ ਚੀਜ਼ ਨੂੰ ਸਮਝਣਾ ਵੀ ਜਿਹੜਾ ਭੈ ਤੇ ਡਰ ਦੀ ਜ਼ਿਕਰ ਕਰ ਰਹੇ ਨੇ। ਹੁਣ ਕੁਝ ਗੱਲਾਂ ਜਿਹੜੀਆਂ ਸੰਸਾਰ ਵਿੱਚ ਡਰ ਹੋਣਾ ਜ਼ਰੂਰੀ ਹੈ, ਸੁਭਾਵਿਕ ਹੈ, ਤੇ ਜ਼ਿੰਦਗੀ ਨਾਲ ਚੱਲਣਾ ਹੈ। ਪੁਲਿਸ ਦਾ ਡਰ ਹੈ, ਕਾਨੂੰਨ ਦਾ ਡਰ ਹੈ, ਸਮਾਜ ਦਾ ਡਰ ਹੈ। ਇਹ ਸਾਰੇ ਭੈ ਸਾਡੇ ਨਾਲ ਕੀ ਚੱਲਦੇ ਨੇ। ਜੇ ਬੰਦਾ ਹੁਣ ਕੋਈ ਹੋਵੇ, ਮੈਂ ਨਹੀਂ ਮੰਨਦਾ ਜੀ ਪੁਲਿਸ ਦੇ ਡਰ ਨੂੰ, ਮੈਂ ਨਹੀਂ ਮੰਨਦਾ ਕਿਸੇ ਕਾਨੂੰਨ ਨੂੰ, ਮੈਂ ਤਾਂ ਨਿਰਭਉ ਆ, ਮੈਂ ਨਹੀਂ ਕਿਸੇ ਦਾ ਭੈ। ਭੈ ਦੇ ਅਰਥ ਉਹ ਨਹੀਂ ਕੱਢਣੇ ਅਸੀਂ ਜਿਹੜੇ ਕੱਢੇ ਜਾ ਰਹੇ ਨੇ ਵੀ ਮੈਂ ਨਹੀਂ ਮੰਨਦਾ ਕਿਸੇ ਦੇ ਭੈ ਨੂੰ ਜੀ, ਮੈਂ ਲਾਲ ਬੱਤੀ ਵਿੱਚ ਲੰਘਣਾ ਹੀ ਲੰਘਣਾ, ਮੈਂ ਨਹੀਂ ਡਰਦਾ। ਤੇ ਲੰਘ ਕੇ ਵਿਖਾ, ਫਿਰ ਅਗਲੇ ਦਿਨ ਜਦੋਂ ਟਿਕਟ ਆ ਗਈ ਫਿਰ ਕਹੇਗਾ ਵੀ ਇਹ ਪਤਾ ਨਹੀਂ ਕਿੱਦਾਂ ਆ ਗਈ। ਤੂੰ ਰੋਡ ਦੇ ਉੱਤੇ ਚਲਾ ਕੇ ਵੇਖ ਸ਼ਰਾਬ ਪੀ ਕੇ ਗੱਡੀ, ਤੈਨੂੰ ਪਤਾ ਲੱਗ ਜਾਏਗਾ। ਮੇਰਾ ਕਹਿਣ ਤੋਂ ਭਾਵ ਹੈ ਇਹ ਅਰਥ ਸਾਨੂੰ ਬਾਹਰੋਂ ਬੜੇ ਸੌਖੇ ਲੱਗਦੇ ਜੇ, 2 ਪੰਕਤੀਆਂ ਦੇ ਬਹੁਤ ਕੁਝ ਮਹਾਰਾਜ ਨੇ ਦੇ ਵਿੱਚ ਰੱਖ ਦਿੱਤਾ ਹੈ। ਖੈਰ ਮੈਂ ਉਹਦੀ ਜ਼ਿਆਦਾ ਵਿਆਖਿਆ ਨਾ ਕਰਾਂ ਕਿ ਗੁਰਮੁਖੋ ਹਰ ਚੀਜ਼ ਭੈ ਵਿੱਚ ਹੈ, ਡਰ ਵਿੱਚ ਹੈ, ਇਹ ਕੁਝ ਦੇ ਰਹਿਣੇ। ਇੱਕ ਨਿਰਮਲ ਭਾਉ। ਆ ਹੁਣ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਪਾਂ ਬੈਠੇ ਹਾਂ। ਇੱਥੇ ਨਿਰਮਲ ਭਾਉ ਕਿਹਨੂੰ ਕਹਿੰਦੇ ਨੇ? ਨਿਰਮਲ ਭਾਉ ਦਾ ਮਤਲਬ ਹੈ ਜਦੋਂ ਅਸੀਂ ਗੇਟ ਦੇ ਅੰਦਰ ਦਾਖਲ ਹੁੰਦੇ ਹਾਂ ਨਾ, ਇੱਕਦਮ ਸਾਡਾ ਧਿਆਨ ਚਲਿਆ ਜਾਂਦਾ ਵੀ ਮੇਰਾ ਸਿਰ ਢੱਕਿਆ ਹੋਣਾ ਚਾਹੀਦਾ। ਇਹ ਨਿਰਮਲ ਭਾਉ ਹੈ, ਡਰ ਨਹੀਂ ਹੈ। ਕੋਈ ਡਾਂਗ ਨਹੀਂ ਫੜ ਕੇ ਖਲੋਤਾ ਇੱਥੇ। ਇਹਨੂੰ ਕਹਿੰਦੇ ਨਿਰਮਲ। ਅਸਲ 'ਚ ਇਹ ਵੀ ਤਾਂ ਡਰ ਹੀ ਹੈ ਨਾ, ਇੱਕ ਭੈ ਹੈ ਨਾ। ਇਹਨੂੰ ਨਿਰਮਲ ਭਾਉ ਕਹਿੰਦੇ ਆ। ਨਿਰਮਲ ਭਾਉ ਪਾਇਆ ਹਰ ਗੁਣ ਗਾਇਆ। ਲਾਵਾਂ ਵਿੱਚ ਵੀ ਮਹਾਰਾਜ ਕਹਿੰਦੇ ਆ ਇਹ ਪਿਆਰ ਵਾਲਾ ਵੀ ਮੈਂ ਜੋੜੇ ਬਾਹਰ ਲਾ ਦੇਣੇ ਆ।
मैं सिर नूं ढक लेना है, मैं अदब नाल चल के गुरु चरना च आउणा है, मैं प्यार नाल गुरु नूं मत्था टेकना है, परिक्रमा करनी, प्रेम नाल आके बैठ जाना, मैं किसी नाल गलबात नहीं करनी, बोलना नहीं। ये की है सारा कुछ है तो एक भय ही है ना, डर है ना। ये डर निर्मल है, ये निर्मल भाव होना जरूरी है जो जिंदगी नूं सवार देगा। जिहदे अंदर ये निर्मल भाव डर ना होवे वो गुरु दे नेड़े नहीं जा सकता। महाराज कहते ये चीज होनी साडे अंदर जरूरी है। आउण सतगुरु महाराज जो कह रहे हैं कि भै काहू को देत नह भै मान त्यान। वो की भाव ने उत्थे महाराज जो कह रहे हैं। महाराज कहते ना डर देना ते ना डर मनना। हुण इस चीज नूं जदों असीं थोड़ा जिहा व्याख्या दी करांगे वो किहड़ा भै है किहड़ा डर है जिहड़ा गुरु कह रहा भी नाम देना ते ना मनना। वो गुरु नानक साहब दा जीवन देख लो, गुरु गोबिंद सिंह दा जीवन देख लो, गुरु गोबिंद सिंह महाराज जी के परिवार का जीवन देख लो, यदि व्याख्या सारी करेगा। हुण गुरमुखो इन्नी गल जो कश्मीर तो पंडित आ रहे हैं, हुण व्याख्या कर लगा भै दी। कश्मीर तो पंडित आ रहे हैं, जो गुरु तेग बहादुर महाराज जी कोले आउंदे साडा धर्म खतरे च पै गया, महाराज साडी बांह फड़ो। ते गुरु तेग बहादुर महाराज जी ने की किया सी भला? महाराज ने कहा सी जाओ जाके कह दो अपने बादशाह नूं असी गुरु तेग बहादुर महाराज जी साडा आगू है, यह है डर किसी नूं ना देना ते ना मनना। हुण मत्था किहदे नाल लगन लगा है कि गुरु तेग बहादुर महाराज नूं पता नहीं औरंगजेब कौन है, जिन्हें प्यो मारिया भरा मारिया तख्त लिया। महाराज नूं किते पता नहीं सी कि वह कितना जालम बंदा है। ते महाराज कहते जाओ जाके कह दिओ अपने बादशाह नूं कि तेग बहादुर साडा आगू है, जे उहनूं तुसीं धर्म च ले आओगे तब्दील कर लोगे असीं अपने आप ही हो जाएंगे, तुहानूं लोड़ ही नहीं पैनी। महाराज ने असल च व्याख्या गुरु तेग बहादुर साहब की बाणी जो पढ़ते हैं ना, महाराज ने अपनी बाणी की आप जिंदगी च व्याख्या करके सानूं समझा दी है। महाराज ठीक है असीं शब्द वरत लांगे, मेरे नाल वरत लो, किसी रागी ढाडी प्रचारक जिहड़ा भी असीं पाठ करने वाले जां इस बन्ने तुरदे शब्द वरतदे ने, असीं विज्ञानी जी कह दिंदे। गुरमुखो ये बाहर सिर्फ कह देना ज्ञानी जी नहीं, अज महाराज ज्ञानी की व्याख्या कर लगे ने। विज्ञानी कौन है, कौन है ज्ञानवान? ते गुरु तेग बहादुर महाराज कहते जाओ जाके कह दिओ बादशाह नूं भी साडा आगू तेग बहादुर है। हुण जदों आ देखो तुसीं गल आ है भै ना मनना, दूसरे बन्ने बादशाह है, जालम है, हर तरह के उहदे कोले साध संगत जी साधन ने, ते गुरु तेग बहादुर महाराज जी जाणदे होया सब कुछ, ते दूसरी गल वो चीज नूं मनदे भी नहीं। कोई तिलक जंजू धोती टिक्का मंदिर इहदे च गुरु तेग बहादुर शरदा थोड़ा कोई है, उहदे च कोई शरदा नहीं। पर जेड़ा आ गया चल के महाराज ने कहा जाओ तुहाडी बांह फड़ी, गुरु तेग बहादुर महाराज ने बांह पकड़ ली ते मेरे मैं उन्हां दी सिर्फ शहादत दी तां गल कर लग्या। इस श्लोक की व्याख्या तां होएगी कि भै काहू को देत नह भै मानत आन नहीं मन्निया भै। ते जदों महाराज दिल्ली पहुंचदे ते गुरु तेग बहादुर साहब दे सामने तीन सिखां नूं गुरु नूं डराउण लई तीन सिखां नूं सामने कतल कीता, शहीद कीता। ते तसीहे किहो जे? एक नूं आरे च बन के चीरना, दूसरे नूं देग च उबाल के शहीद करना, तीसरे नूं रूह विच लपेट के अग ला देनी। ये महाराज दीआं अखां दे सामने महाराज दे सारा कुछ हो रहा है। ते जदों तीनों शहीद हो जाते ते गुरु तेग बहादुर साहब ने की किया सी, जो इतिहासकार कहंदे विद्वान कहंदे कि महाराज ने कहा सी धन सिੱਖੀ धन सिੱਖੀ धन सिੱਖੀ। महाराज ने कहा धन है सिੱਖੀ, कमा के विखा दी। जदों महाराज की वारी आई गुरु तेग बहादुर सच्चे पातशाह दी, ते महाराज नूं डराउंदा है जलाद, महाराज नूं धमकाउंदा है, बहुत कुछ कहंदा, लालच भी ते डरा धमका भी रहा है। पर गुरु तेग बहादुर महाराज जी व्याख्या कर रहे हैं कि भै काहू को देत नह भै मान त्यान। मैनू तेरा कोई डर नहीं, कोई भै नहीं, वो है जिहड़ा ना मनना। दूसरे बन्ने बादशाह है, जालम है, हंकारी है, उहदे नाल टक्कर है महाराज दी। ते महाराज नूं जिहड़ा जलाद शहीद करन वाला डराउंदा पता किदां? महाराज दे सामने वो एक शस्त्र कढदा, तेग कढदा, हथियार कढदा है, गुरु तेग बहादुर साहब नूं विखाउंदा है। ते महाराज उस नूं संबोधन करके कहंदे ओ जलादा तू मैनूं इस तेग तो की डराउना है, तू मैनूं इस शस्त्र तो की डराउना है? याद रख मेरे बापू ने वेख मेरा नां की रखिया है, उन्हें मेरा नां रखिया तेग बहादुर। मैं करतारपुर की जंग विच तेग वाई सी ते गुरु ने मेरे पिता ने मैनूं गल नाल ला के कहा सी मेरा पुत्र तेग बहादुर है।
ਇਹ ਤੇਗ ਦਾ ਧਨੀ ਹੈ। ਅੱਜ ਮੈਂ ਤੇਗ ਖਾਨ ਵਿੱਚ ਵੀ ਤੇਗ ਬਹਾਦਰ ਦੀ ਵਿਆਖਿਆ ਕਰਕੇ ਜਾਣੀ ਹੈ। ਉੱਥੇ ਇੱਕ ਵਿਦਵਾਨ ਦੇ ਮੈਨੂੰ 4 ਸਤਰਾਂ ਬੜੀਆਂ ਸੋਹਣੀਆਂ ਲੱਗੀਆਂ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਜੋ ਕਹਿ ਰਹੇ ਨੇ ਕਿ ਵਿਦਵਾਨ ਦੀ ਅੰਦਰ ਦੀ ਉਡਾਰੀ ਹੈ। ਉਹ ਕਹਿੰਦਾ ਮਹਾਰਾਜ ਜਿਵੇਂ ਉਹਨੂੰ ਕਹਿ ਰਹੇ ਸਨ ਕਿ ਜਿਹੜਾ ਭੈ ਕਾਹੂ ਕੋ ਦੇਤ ਨੇ ਨਹਿ ਭੈ ਆ ਮਾਨ ਦੀ ਵਿਆਖਿਆ ਜਿਹੜੀ ਮਹਾਰਾਜ ਤੇ ਕਰ ਰਹੇ ਸਨ ਕਿ ਕਿਸੇ ਨੂੰ ਭੈ ਨਾ ਦੇਣਾ। ਮਾਰੇ ਕਹਿੰਦੇ ਕੀ ਡਰਾਉਣਾ ਤੂੰ ਮੈਨੂੰ। ਉੱਥੇ ਫਿਰ ਇੱਕ ਵਿਦਵਾਨ ਕਹਿੰਦਾ ਮਹਾਰਾਜ ਦੀਆਂ ਉਹ ਸ਼ਬਦ ਵਿਦਵਾਨ ਦੇ ਨੇ, ਕਵਿਤਾ ਹੈ 4 ਸਤਰਾਂ ਨੇ, ਪਰ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰ ਦੀ ਗੱਲ ਜਿਵੇਂ ਬਿਆਨ ਕਰ ਰਿਹਾ ਹੋਵੇ। ਉਹ ਕਹਿੰਦਾ ਮਹਾਰਾਜ ਕਹਿ ਰਹੇ ਸਨ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, 1 2 ਨਹੀਂ ਪਰਖ ਲੈ 100 ਤੇਗਾਂ। ਮੈਨੂੰ ਲਕਬ ਹੈ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨਹੀਂ ਸਕਦੀਆਂ ਹੋਰ ਤੇਗਾਂ। ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਂ ਬਾਣੀ, ਵੇਖ ਪਿਤਾ ਦੀਆਂ ਪਹਿਨੀਆਂ 2 ਤੇਗਾਂ। ਮੇਰੇ ਪਿਤਾ ਦੀ ਅਣਖ ਬਹਾਦਰੀ ਨੂੰ ਰਿਹਾ ਪਰਖਦਾ ਤੇਰਾ ਪਿਓ ਤੇਗਾਂ। ਹੁਣ ਵੇਖੀ ਆਉਂਦੇ ਭਵਿੱਖ ਅੰਦਰ ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾਂ। ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਹੇਗੀ ਤੇਰੀਆਂ ਖੋਹ ਤੇਗਾਂ। ਇਹਦਾ ਮਤਲਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨੂੰ ਕਹਿੰਦੇ ਤੂੰ ਮੈਨੂੰ ਡਰਾਉਣਾ ਚਾਹੁੰਦਾ। ਮਹਾਰਾਜ ਕਹਿੰਦੇ ਮੇਰਾ ਤੇ ਨਾਂ ਹੀ ਤੇਗ ਬਹਾਦਰ ਹੈ। ਮੈਂ ਤਾਂ ਤੇਗ ਦੀ ਵਿਆਖਿਆ ਕਰਤਾਰਪੁਰ ਵੀ ਕੀਤੀ ਤੇ ਅੱਜ ਵੀ ਕਰਨੀ। ਮੈਂ ਤਾਂ ਬੇਨਤੀ ਕਰ ਰਿਹਾ ਕਿ ਗੁਰੂ ਤੇਗ ਬਹਾਦਰ ਦੀ ਤਾਂ ਮੈਂ ਥੋੜੀ ਜਿਹੀ ਘਟਨਾ ਲੈ ਲਈ ਕਿ ਅੱਜ ਦੇ ਸ਼ਲੋਕ ਦੀ ਵਿਆਖਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਕਰ ਰਿਹਾ ਹੈ ਕਿ ਭੈ ਕਾਹੂ ਕੋ ਦੇਤ ਨੇ ਨਹਿ ਭੈ ਮਾਨ ਧਿਆਨ। ਮਾਰ ਕਹਿੰਦੇ ਨਾ ਭੈ ਦੇਣਾ ਨਾ ਭੈ ਮੰਨਣਾ। ਤੇ ਗੁਰੂ ਤੇਗ ਬਹਾਦਰ ਮਾਰ ਕਹਿੰਦੇ ਗਿਆਨਵਾਨ ਦੀ ਇਹ ਵਿਆਖਿਆ ਹੈ, ਉਹਨੂੰ ਗਿਆਨੀ ਕਿਹਾ ਜਾ ਰਿਹਾ। ਆਓ ਥੋੜੀ ਜਿਹੀ ਹੋਰ ਵਿਚਾਰ ਸਤਿਗੁਰੂ ਮਹਾਰਾਜ ਜੀ ਦੇ ਪੋਤਰੇ ਗੁਰੂ ਤੇਗ ਬਹਾਦਰ ਸਾਹਿਬ ਦੇ, ਕਿਉਂਕਿ ਮੈਂ ਤਾਂ ਬੇਨਤੀ ਸ਼ੁਰੂ ਚ ਕਰਤੀ ਇਹ ਸ਼ਲੋਕ ਜਿੰਨਾ ਵੇਖਣ ਚ ਸੌਖਾ ਲੱਗਦਾ ਹੈ ਪੜ੍ਹਨ ਚ ਸੌਖਾ ਲੱਗਦਾ ਹੈ, ਇਹਦੀ ਵਿਆਖਿਆ ਬਹੁਤ ਗਹਿਰੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਸੂਬੇ ਦੀ ਕਚਹਿਰੀ ਵਿੱਚ ਨੇ। ਆ ਹੈ ਕਿ ਭੈ ਨਾ ਦੇਣਾ ਤੇ ਨਾ ਮੰਨਣਾ। ਇੱਕ 7 ਤੇ 9 ਸਾਲ ਦੀ ਉਮਰ ਹੋਵੇ, ਸੂਬੇ ਦੀ ਕਚਹਿਰੀ ਹੋਵੇ ਤੇ ਉਹਦੀ ਕਚਹਿਰੀ ਵਿੱਚ ਖੜ ਕੇ ਇਹ ਗੱਲ ਕਹਿ ਦੇਣੀ ਕਿ ਤੈਨੂੰ ਨਹੀਂ ਅਸੀਂ ਤਾਂ ਝੁਕਦੇ ਉਸ ਬਾਦਸ਼ਾਹ ਨੂੰ ਜਿਹਦੇ ਅੱਗੇ ਸਾਰੇ ਝੁਕਦੇ ਨੇ, ਉਸ ਨੂੰ ਝੁਕਦੇ ਅਸੀਂ। ਜਿਹਦੇ ਭੈ ਵਿੱਚ ਸਾਰੇ ਚੱਲਦੇ ਅਸੀਂ ਉਸ ਦੇ ਭੈ ਵਿੱਚ ਹਾਂ। ਤੇ ਸੂਬੇ ਦੀ ਕਚਹਿਰੀ ਵਿੱਚ ਜਿੱਥੇ ਫਤਿਹ ਬੁਲਾਉਂਦੇ ਐ, ਜਿੱਥੇ ਆਪਣੇ ਦੋਨੋਂ ਭਰਾ ਜੋੜਾ ਬਾਰੀ ਵਿੱਚ ਦੀ ਕੱਢ ਕੇ ਵਿਖਾਉਂਦੇ ਐ, ਝੁਕਦੇ ਨਹੀਂ ਸਲਾਮ ਨਹੀਂ ਕਰਦੇ। ਇਹ ਹੈ ਭੈ ਨਾ ਮੰਨਣਾ। 7 ਤੇ 9 ਸਾਲ ਦੀ ਉਮਰ ਵਾਲੇ ਨੂੰ ਸਮਝ ਆ ਗਿਆ ਵੀ ਨਹੀਂ ਤੁਹਾਡਾ ਅਸੀਂ ਭੈ ਮੰਨਦੇ। ਤੇ ਜੇ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਛੱਡ ਦਈਏ ਭਲਾ, ਫਿਰ ਹੁਣ ਤੁਸੀਂ ਦੇਖੋ ਉਮਰ ਦਾ ਹਿਸਾਬ ਲਾ ਕੇ ਸਾਡੇ ਘਰਾਂ ਵਿੱਚ ਵੀ ਨੇ ਤੇ ਬੱਚੇ ਦੇਖੋ 7 ਤੇ 9 ਸਾਲ ਦੀ ਉਮਰ ਹੈ ਤੇ 7-9 ਸਾਲ ਦੀ ਉਮਰ ਸੂਬੇ ਦੀ ਕਚਹਿਰੀ, ਸਾਰੇ ਬੰਨੇ ਦੁਸ਼ਮਣ ਖੜੇ ਨੇ, ਸਾਰੇ ਬੰਨੇ ਮਾਰਨ ਵਾਲੇ ਖੜੇ ਨੇ। ਤੂਤ ਦੀਆਂ ਸ਼ਮਤਾਂ ਮੌਰਾਂ ਤੇ ਮਾਰੀਆਂ ਜਾ ਰਹੀਆਂ, ਗਲੇਲੇ ਉਹਨਾਂ ਦੀਆਂ ਮੱਥੇ 'ਚ ਤੇ ਉਹਨਾਂ ਦੇ ਸਰੀਰ ਤੇ ਮਾਰੇ ਜਾ ਰਹੇ ਨੇ। ਉਹਨਾਂ ਦੇ ਹੱਥਾਂ ਵਿੱਚ ਇੱਥੇ ਪਟਾਕੇ ਰੱਖ ਕੇ ਬਰੂਦ ਰੱਖ ਕੇ ਉਹ ਚਲਾਏ ਜਾਂਦੇ ਨੇ। ਇੰਨਾ ਡਰ ਦਿੱਤਾ ਗਿਆ, ਇੱਕ 7 ਤੇ 9 ਸਾਲ ਦੀ ਉਮਰ ਹੋਵੇ ਤੇ ਇੰਨਾ ਡਰਾਇਆ ਜਾਵੇ ਤੇ ਫਿਰ ਉਹਨੂੰ ਪੁੱਛਿਆ ਜਾਵੇ ਤੁਹਾਨੂੰ ਛੱਡ ਦਿੱਤਾ ਜਾਏ ਤੇ ਕੀ ਕਰੋਗੇ। ਉਹਨਾਂ ਨੇ ਕਿਹਾ ਭਰਾਵਾਂ ਨੂੰ ਇਕੱਠਿਆ ਕਰਾਂਗੇ, ਪਿਤਾ ਜੀ ਨੂੰ ਮਿਲਾਂਗੇ, ਫੌਜ ਬਣਾਵਾਂਗੇ ਤੇ ਸੂਬਿਆ ਤੇਰੀਆਂ ਜੜ੍ਹਾਂ ਪੱਟ ਕੇ ਰੱਖ ਦਿਆਂਗੇ। ਇਹ ਹੈ ਭੈ ਨਹੀਂ ਮੰਨਣਾ। ਜ਼ੁਲਮ ਰਾਜ ਦੀਆਂ ਜੜ੍ਹਾਂ ਪੱਟ ਦਿਆਂਗੇ, ਇਹ ਕਰਾਂਗੇ ਅਸੀਂ। ਤੇ ਉੱਥੇ ਜਿਹੜੇ ਸ਼ਬਦ ਨੇ ਉਹ ਕਹਿੰਦੇ ਨੇ ਕਿ ਅੱਲਾ ਯਾਰ ਖਾਂ ਜੋਗੀ ਨੇ ਕਹਿੰਦਾ ਕਿ ਸਾਹਿਬਜ਼ਾਦੇ ਕਚਹਿਰੀ 'ਚ ਖਲੋ ਕੇ ਕਹਿ ਰਹੇ ਸਨ कि सच को मिटाओगे तो मिटोगे जहान से, डरता नहीं अकाल किसे शहनशाह की शान से। वो अकाल नहीं किसी तो डरता तो असी उस अकाल दे पुजारी सानू किवें डरा लोगे। ये है व्याख्या करके गए गुरु तेग बहादुर महाराज जी ते ओदे पोतरे व्याख्या करके गए इन्हां इस श्लोक दी जिहदी असी ते केवल शब्द कह सकते हैं, बोल सकते हैं, सिर्फ उहनूं पढ़ के ते ओहदा ज्ञान दस सकते हैं, पर प्रैक्टिकल रूप दे विच ओह व्याख्या करके गए ने भी आ है श्लोक दी व्याख्या। ਹੁਣ ਮਹਾਰਾਜ ਕਹਿੰਦੇ ਨੇ ਭੈ ਕਾਹੂ ਕੋ ਦੇਤ ਨਹਿ, ਫਿਰ ਪੰਕਤੀ ਧਿਆਨ ਚ ਲਿਆਇਓ। ਭੈ ਕਾਹੂ ਕੋ ਦੇਤ ਨਹਿ ਭੈ ਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। 18ਵੀਂ ਸਦੀ ਸਾਰੀ ਇਸ ਸ਼ਲੋਕ ਦੀ ਵਿਆਖਿਆ ਕਰ ਗਈ। 18ਵੀਂ ਸਦੀ ਦਾ ਮਤਲਬ ਹੋ ਗਿਆ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਦਾ ਜਿੰਨਾ ਸਮਾਂ ਹੈ ਉਹ ਇਸ ਸ਼ਲੋਕ ਦੀ ਵਿਆਖਿਆ ਕਰ ਗਏ ਸਾਰੇ। ਜਦੋਂ ਕਿਹਾ ਸੀ ਗੁੜ ਨਹੀਂ ਕਹਿਣਾ ਗੁਰੂ ਯਾਦ ਆਉਂਦਾ ਹੈ, ਕਿਉਂਕਿ ਤੁਸੀਂ ਗੁੜ ਕਹਿੰਦੇ ਹੋ, ਗੁੜ ਨਾਲ ਬਿਲਕੁਲ ਨੇੜੇ ਸ਼ਬਦ ਗੁੜ ਤੇ ਗੁਰ, ਇਸ ਕਰਕੇ ਗੁੜ ਸ਼ਬਦ ਦੇ ਉੱਤੇ ਵੀ ਬੰਦੀ ਰਾਤੀ ਗੁੜ ਨਹੀਂ ਕਹਿਣਾ। ਜੇ ਗੁੜ ਕਹਿੰਦੇ ਉਹਨਾਂ ਨੂੰ ਗੁਰੂ ਯਾਦ ਆਉਂਦਾ ਉਥੋਂ ਫਿਰ ਖਾਲਸੇ ਨੇ ਨਾਂ ਰੱਖ ਲਿਆ ਸਿਰ ਜੋੜ। ਇਹ ਖਾਲਸੇ ਨੇ ਨਾਂ ਦਿੱਤੇ ਸਨ।
ਛੋਲਿਆਂ ਨੂੰ ਬਦਾਮ ਕਹਿਣ ਲੱਗ ਪਏ ਸਨ। ਇਸ ਤਰ੍ਹਾਂ ਉਹਨਾਂ ਨੇ ਨਾਂ ਦਿੱਤੇ ਹੋਏ ਸੀ ਖਾਲਸੇ ਨੇ। ਮੇਰਾ ਕਹਿਣ ਤੋਂ ਭਾਵ ਉਹ ਵਿਆਖਿਆ ਕਰਕੇ ਗਏ ਨੇ। ਹੁਣ ਤੁਸੀਂ ਦੇਖੋ, ਗੁਰਮੁਖੋ ਉਮਰ ਹੋਵੇ 1 ਸਾਲ 2 ਸਾਲ 2 ਮਹੀਨੇ 4 ਮਹੀਨੇ ਤੇ ਮੀਰ ਮਨੂੰ ਦੀ ਜੇਲ੍ਹ ਹੈ। ਆ ਹੈ ਭੈ ਨਾ ਮੰਨਣਾ, ਜਿਹਦੇ ਵਿਆਖਿਆ ਕਰਕੇ ਗਏ। ਅਸੀਂ ਤਾਂ ਕੇਵਲ ਅਰਦਾਸ ਵਿੱਚ ਸ਼ਬਦ ਪੜ੍ਹ ਸਕਦੇ ਹਾਂ ਨਾ, ਵੀ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ। ਉਹ ਜਿਹੜੀ ਕਮਾਈ ਹੈ ਸ਼ਲੋਕ ਦੀ ਕਰ ਗਏ। ਉਹ ਕਿਹੜੀ ਕਮਾਈ? ਆ ਸ਼ਲੋਕ ਦੀ ਕਮਾਈ ਕਰ ਗਏ ਉਹ, ਜਿਹਦਾ ਧਿਆਨ ਧਰ ਕੇ ਅਸੀਂ ਵਾਹਿਗੁਰੂ ਕਹਿੰਦੇ ਆ। ਉਹ ਤੁਸੀਂ ਦੇਖੋ ਕਿ ਭੈ ਨਾ ਮੰਨਣਾ। ਗੁਰਮੁਖੋਂ ਸਾਰੀ ਰਾਤ ਸਰੀਰ ਦੇ ਉੱਤੇ ਭਾਰਾ ਪੱਥਰ ਰੱਖ ਦੇਣਾ, ਸਾਰੀ ਰਾਤ ਛਾਤੀ ਤੇ ਪੱਥਰ ਪਿਆ ਰਹਿਣਾ ਬੀਬੀਆਂ ਦੇ। ਦਿਨ ਚੜੇ ਉਹਨਾਂ ਨੂੰ ਕਹਿਣਾ ਚੱਕੀ ਚਲਾਓ। ਚੱਕੀਏ ਪੀਣ ਦਾ ਜ਼ਿਕਰ ਆਉਂਦਾ ਨਾ, ਚੱਕੀਆਂ ਚਲਾਓ। ਉਹਦੇ ਵਿੱਚ ਸਾਰਾ ਦਿਨ ਚੱਕੀ ਚਲਾਉਣੀ, ਰਾਤ ਨੂੰ ਛਾਤੀ ਤੇ ਭਾਰਾ ਪੱਥਰ ਰੱਖ ਦੇਣਾ ਤਾਂ ਕਿ ਬੱਚਾ ਨੇੜੇ ਆ ਕੇ ਦੁੱਧ ਨਾ ਪੀ ਸਕੇ। ਤੇ ਫਿਰ ਉਹਨਾਂ ਨੇ ਰਾਤ ਨੂੰ ਕਹਿਣਾ ਕਿ ਦਿਨ 4 ਪੈਰ ਸੁੱਖਾ ਨਾਲ ਨਿਕਲ ਗਿਆ, ਦਿਨੇ ਕਹਿਣਾ ਰਾਤ 4 ਪੈਰ ਦੀ ਸੁੱਖਾ ਨਾਲ ਨਿਕਲ ਗਈ। ਇਹ ਹੈ ਕਿ ਅਸੀਂ ਕਿਸੇ ਮੀਰ ਮਨੂੰ ਦੇ ਭੈ ਨੂੰ ਨਹੀਂ ਮੰਨਦੇ। ਮਨੂੰ ਉਹ ਸ਼ਬਦ ਬਣ ਗਿਆ ਕਿ ਮਨੂੰ ਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ, ਜਿਉਂ-ਜਿਉਂ ਮਨੂੰ ਵੱਢਦਾ ਸੀ ਦੂਣ ਸਵਾਏ ਹੋਏ। ਇਹ ਵਿਆਖਿਆ ਉਹ ਕਰਕੇ ਗਏ ਨੇ। ਖੈਰ ਇਤਿਹਾਸ ਭਰਿਆ ਪਿਆ ਇਸ ਗੱਲ ਦਾ, ਜਿਵੇਂ ਇਸ ਬੰਨੇ ਤੁਰ ਪਿਆ ਤੇ ਜਿੰਨਾ ਮਰਜੀ ਤੁਸੀਂ ਪ੍ਰਮਾਣ ਸਾਖੀਆਂ ਲਈ ਚੱਲੋ ਇਤਿਹਾਸ ਵਿੱਚੋਂ, ਵੀ ਜਿਹੜੇ ਇਸ ਸ਼ਲੋਕ ਦੀ ਵਿਆਖਿਆ ਕਰਕੇ ਗਏ ਨੇ ਉਹਨਾਂ ਦਾ ਬਾਣੀ 'ਚ ਜ਼ਿਕਰ, ਉਹਨਾਂ ਦਾ ਅਰਦਾਸ ਵਿੱਚ ਜ਼ਿਕਰ, ਉਹਨਾਂ ਨੂੰ ਅਸੀਂ ਨਮਸਕਾਰਾਂ ਕਰਦੇ ਹਾਂ ਜਿਹੜੇ ਝੁਕੇ ਨਹੀਂ। ਤੇ ਉਹਨਾਂ ਨੇ ਨਾ ਕਿਸੇ ਨੂੰ ਜ਼ਬਰਦਸਤੀ ਝੁਕਾਇਆ। ਦੋਵੇਂ ਗੱਲਾਂ ਨਾਲ ਚੱਲਣੀਆਂ ਨੇ। ਜ਼ਬਰਦਸਤੀ ਧਰਮ ਵਿੱਚ ਤਬਦੀਲ ਕਰਨ ਦਾ ਕੋਈ ਤਲਵਾਰ ਨਾਲ ਤਬਦੀਲ ਨਹੀਂ ਕੀਤਾ ਜਾ ਰਿਹਾ। ਕੋਈ ਕਿਸੇ ਨੂੰ ਜ਼ਬਰਦਸਤੀ ਨਹੀਂ। ਆਪਣੀ ਭਾਵਨਾ ਨਾਲ, ਸ਼ਰਧਾ ਨਾਲ ਲੋਕੀ ਸਿੱਖੀ ਧਾਰਨ ਕਰ ਲੈਣ, ਗੱਲ ਵੱਖਰੀ। ਪਰ ਸਿੱਖ ਧਰਮ ਵਿੱਚ ਇਸ ਤਰ੍ਹਾਂ ਨਹੀਂ ਹੈਗਾ ਵੀ ਡਰਾਓ ਧਮਕਾਓ ਤੇ ਧਰਮ ਤਬਦੀਲ ਕਰਾ ਲਓ। ਨਹੀਂ, ਇੱਥੇ ਨਹੀਂ ਹੈ। ਮਹਾਰਾਜ ਕਹਿੰਦੇ ਇੱਥੇ ਤਾਂ ਅਰਦਾਸ ਦਾ ਸ਼ਬਦ ਜਾ ਕੇ ਉੱਥੇ ਮੁੱਕਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਉੱਥੇ ਕਿਤੇ ਸਿੱਖਾਂ ਦਾ, ਹਿੰਦੂਆਂ, ਈਸਾਈਆਂ ਕਿਸੇ ਦਾ ਧਰਮ ਜਾਤ ਗੋਤ ਦਾ ਨਾਂ ਲੈਂਦੇ ਆਪਾਂ। ਉੱਥੇ ਸਰਬੱਤ ਵਿੱਚ ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ, ਅਸੀਂ ਬੰਦੇ ਹੀ ਨਹੀਂ ਆਉਂਦੇ। ਸਰਬੱਤ ਵਿੱਚ ਸਾਰੇ ਬ੍ਰਹਿਮੰਡ ਹੀ ਆ ਜਾਂਦੇ ਨੇ। ਇੱਕ ਬ੍ਰਹਿਮੰਡ ਵੀ ਨਹੀਂ ਆਉਂਦਾ, ਸਾਰੇ ਬ੍ਰਹਿਮੰਡ ਹੀ ਆ ਜਾਂਦੇ। ਸਾਰੇ ਬ੍ਰਹਿਮੰਡਾਂ ਵਿੱਚ ਕਿੰਨੇ ਕਿੰਨੇ ਜੀਵ ਨੇ ਜਿਹਨੂੰ ਅਸੀਂ ਜਾਣਦੇ ਵੀ ਨਹੀਂ। ਧਰਤੀ ਵਿੱਚ ਨੇ, ਅਸਮਾਨ ਵਿੱਚ ਹੈ, ਹਵਾ ਵਿੱਚ ਹੈ। ਸਰਬੱਤ ਦਾ ਅਰਥ ਕਿਤੇ ਛੋਟਾ ਜਿਹਾ ਥੋੜਾ ਹੈ। ਸਰਬੱਤ ਵਿੱਚ ਬਹੁਤ ਕੁਝ ਆਉਂਦਾ। ਅਸੀਂ ਸਾਰਿਆਂ ਦਾ ਭਲਾ ਮੰਗਦੇ ਆ। ਫਿਰ ਜ਼ਬਰਦਸਤੀ ਸਿੰਘ ਕਿਵੇਂ ਕਿਸੇ ਤੇ ਕਰ ਸਕਦਾ? ਧੱਕਾ ਕਿਵੇਂ ਸਿੰਘ ਕਿਸੇ ਤੇ ਕਰ ਸਕਦਾ? ਸਿੱਖ ਨਹੀਂ ਕਰਦਾ। ਜਿਹੜੇ ਕਰਦੇ ਹੋਣਗੇ ਉਹ ਸਿੱਖ ਲਿਬਾਸ ਹੇਠ ਤਾਂ ਕਰ ਸਕਦੇ ਆ, ਪਰ ਸਿੱਖ ਨਹੀਂ। ਮਹਾਰਾਜ ਤੇ ਕਹਿ ਰਹੇ ਨੇ ਕਿ ਭੈ ਕਾਹੂ ਕੋ ਦੇਤ ਨਹਿ ਭੈ ਮਾਨ ਧਿਆਨ, ਕਉ ਨਾਨਕ ਸੁਣ ਰੇ ਮਨਾ। ਗਿਆਨੀ ਤਾਹੇ ਬਖਾਣ। ਹੁਣ ਮੈਂ ਗਿਆਨੀ ਦੀ ਵਿਆਖਿਆ ਕਰਨ ਲੱਗਿਆ। ਪਹਿਲਾਂ ਮੈਂ ਵਿਆਖਿਆ ਕੀਤੀ ਪਹਿਲੀਆਂ 2 ਤੁਕਾਂ ਦੀ ਕਿ ਭੈ ਨਾ ਦੇਣਾ ਨਾ ਮੰਨਣਾ। ਹੁਣ ਗਿਆਨੀ ਦੀ ਵਿਆਖਿਆ ਹੈ। ਕੀ ਹੈ ਗਿਆਨੀ ਦੀ ਵਿਆਖਿਆ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਨੇ ਜਿਹੜਾ ਗਿਆਨੀ ਸ਼ਬਦ ਹੈ ਨਾ, ਸਾਧ ਸੰਗਤ ਜੀ, ਇਹ ਜਿਵੇਂ ਅਸੀਂ ਕਹਿੰਦੇ ਆ ਪੜ੍ਹਿਆ ਲਿਖਿਆ, ਵਿਦਵਾਨ, ਗਿਆਨਵਾਨ, ਸੋਝੀਵਾਨ। ਗੁਰੂ ਗ੍ਰੰਥ ਸਾਹਿਬ 'ਚ ਬਹੁਤ ਬੇਅੰਤ ਸ਼ਬਦ ਨੇ ਇਹਦੇ ਸੰਬੰਧ ਵਿੱਚ। ਮਹਾਰਾਜ ਕਹਿੰਦੇ ਗਿਆਨੀਆਂ ਨੂੰ ਸਭ ਸੱਚ ਹੈ, ਸਭ ਸੋਝੀ ਹੋਈ। ਇਹ ਹੁਣ ਮੈਂ ਗਿਆਨੀ ਦੀ ਵਿਆਖਿਆ ਕਰਨ ਲੱਗਾ ਗੁਰੂ ਗ੍ਰੰਥ ਸਾਹਿਬ ਵਿੱਚੋਂ। ਗਿਆਨੀਆਂ ਨੂੰ ਸਭ ਸੱਚ ਹੈ, ਸਭ ਸੋਝੀ ਹੋਈ। ਉਹ ਮਹਾਰਾਜ ਕਹਿੰਦੇ ਭੁਲਾਇਆ ਕਿਸੇ ਦੇ ਨਾ ਭੁਲਾਈ, ਸੱਚ ਜਾਣਨ ਸੋਈ। ਆ ਹੈ ਗਿਆਨੀ ਦੀ ਵਿਆਖਿਆ। ਉਹ ਭੁਲਾਇਆ ਕਿਸੇ ਦੇ ਨਾ ਭੁਲਾਈ। ਹੁਣ ਇੱਥੇ ਗਿਆਨੀ ਕੇਵਲ ਤੁਹਾਡੀ ਸੁਰਤ ਵਿੱਚ ਇਹ ਨਾ ਆਵੇ ਕਿ ਜਿਹੜਾ ਸਟੇਜ ਤੇ ਬੈਠਾ ਹੈ, ਗੱਲਾਂ ਕਰ ਰਿਹਾ ਹੈ, ਕੋਈ ਕਥਾ ਕਰ ਰਿਹਾ, ਕੋਈ ਕੀਰਤਨ ਕਰ ਰਿਹਾ, ਕੋਈ ਕਵਿਸ਼ਰੀ ਕਰ ਰਿਹਾ, ਕੋਈ ਪਾਠ ਕਰ ਰਿਹਾ, ਕੋਈ ਬਾਣੀ ਪੜ੍ਹ ਰਿਹਾ, ਵੀ ਤੁਹਾਡੀ ਨਿਗਾਹ 'ਚ ਇਹ ਨਾ ਹੋਵੇ ਕਿ ਇਹਨੂੰ ਗਿਆਨੀ ਕਹਿੰਦੇ ਆ। ਨਹੀਂ, ਗਿਆਨੀਆਂ ਦੇ ਵਿੱਚ ਸਾਰੇ ਆ ਸਕਦੇ ਆ। ਬੀਬੀਆਂ ਨੇ, ਭਾਵੇਂ ਪੁਰਸ਼ ਨੇ, ਭਾਵੇਂ ਕੋਈ ਉਹ ਸਾਧ ਸੰਗਤ ਜੀ ਇਸ ਸਾਡੇ ਵਾਲੀ ਖਿੱਤੇ ਵਿੱਚ ਨਹੀਂ ਵੀ ਹੈਗਾ, ਗਿਆਨੀ ਤਾਂ ਵੀ ਬਣ ਸਕਦਾ ਹੈ। ਅੱਜ ਮੈਂ ਉਹਦੀ ਵਿਆਖਿਆ ਹੁਣ ਬਾਕੀ ਟਾਈਮ 'ਚ ਕਰਨ ਲੱਗਾ। ਮਹਾਰਾਜ ਕਹਿੰਦੇ ਗਿਆਨੀਆਂ ਨੂੰ ਸਭ ਸੱਚ ਹੈ, ਸੱਚ ਸੋਝੀ ਹੋਈ। ਉਹ ਭੁਲਾਇਆ ਕਿਸੇ ਦੇ ਨਾ ਭੁੱਲਈ, ਸੱਚ ਜਾਣਨ ਸੋਈ। ਜਿਹੜਾ ਕਿਸੇ ਦਾ ਭੁਲਾਇਆ ਭੁੱਲਦਾ ਨਹੀਂ। ਜਿਹੜਾ ਇਹ ਨਹੀਂ ਕਿ ਉਹਨੂੰ ਕਿਸੇ ਨੇ ਆਖਿਆ ਵੀ ਚੱਲ ਇੱਧਰ ਚੱਲੀ, ਉੱਧਰ ਤੁਰ ਪਿਆ, ਗੁਰੂ ਨੂੰ ਛੱਡ ਕੇ ਉੱਧਰ ਤੁਰ ਪਿਆ, ਇੱਧਰ ਤੁਰ ਪਿਆ। ਉਹ ਗੁਰੂ ਨੂੰ ਨਹੀਂ ਛੱਡਦਾ, ਭਾਵੇਂ ਕਿੰਨੇ ਡਰਾਵੇ ਤੇ ਭਾਵੇਂ ਕਿੰਨੇ ਲਾਲਚ ਦਿੱਤੇ ਜਾਣ, ਆਪਣੇ ਗੁਰੂ ਦਾ ਦਰ ਨਹੀਂ ਛੱਡਦਾ। ਹੋਰ ਕੀ ਵਿਆਖਿਆ ਹੈ? ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ
ਨੰਗੇ ਨਾਲ ਸ਼ਬਦ ਵੀ ਆਉਂਦਾ ਜੇ ਗਿਆਨੀ। ਜਦੋਂ ਪੱਟੀ ਲਿਖੀ ਸ਼ਬਦ ਅਸੀਂ ਪੜ੍ਹਦੇ ਨਾ ਗੁਰੂ ਨਾਨਕ ਸਾਹਿਬ ਦਾ, ਉਹਦੇ ਚ ਮਹਾਰਾਜ ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਨੰਗੇ ਗਿਆਨ ਬੂਝੇ ਜੇ ਕੋਈ। ਮੈਂ ਨੰਗਾ ਸ਼ਬਦ ਵਰਤਿਆ, ਇਹ ਗੰਗਾ ਸ਼ਬਦ ਨੰਗਾ ਤੇ ਨਿਆਂ ਇਹ ਬੜਾ ਔਖਾ ਜੇ, ਇਹ ਬੋਲਣ ਚ ਬਹੁਤ ਔਖਾ ਲੱਗਦਾ, ਪਰ ਜਦੋਂ ਇਹ ਦੋ ਸਮਝ ਆ ਜਾਣ ਤੇ ਫਿਰ ਜਾਪ ਸਾਹਿਬ ਦੀ ਬਾਣੀ ਜਾਂ ਸਹਿਸਕ੍ਰਿਤੀ ਬਾਣੀ ਇਹ ਬਹੁਤ ਸੌਖੀ ਸਮਝ ਆ ਜਾਂਦੀ ਹੈ, ਪੜ੍ਹਨ ਚ ਬਹੁਤ ਸੌਖੀ ਹੋ ਜਾਂਦੀ ਹੈ। ਜਿਨ੍ਹਾਂ ਨੂੰ ਜਾਪ ਸਾਹਿਬ ਪੜ੍ਹਨ ਚ ਔਖਾ ਲੱਗਦਾ ਉਹ ਨੰਗਾ ਤੇ ਨਿਆਂ ਉੱਤੇ ਥੋੜਾ ਜਿਹਾ ਜ਼ੋਰ ਦੇਣ, ਤੇ ਨਾਣੇ ਦੇ ਉੱਤੇ ਇਹ ਜਿਹੜੇ ਸ਼ਬਦ ਨੇ, ਕਿਉਂਕਿ ਨਾਣਾ ਤੇ ਨੰਨਾ ਇਹ ਵੀ ਇਹਨਾਂ ਦਾ ਉਚਾਰਨ ਵੱਖਰਾ ਵੱਖਰਾ। ਖੈਰ ਮੈਂ ਊੜਾ ਏੜਾ ਨਹੀਂ ਪੜਾਉਣ ਲੱਗਾ, ਮੈਂ ਤਾਂ ਕਹਿ ਲੱਗਾ ਵੀ ਮਹਾਰਾਜ ਨੇ ਨੰਗੇ ਨਾਲ ਵੀ ਗਿਆਨੀ ਸ਼ਬਦ ਦੀ ਵਰਤੋਂ ਕੀਤੀ ਹੈ। ਨੰਗੇ ਗਿਆਨ ਬੂਝੇ ਜੇ ਕੋਈ, ਪੜਿਆ ਪੰਡਤ ਸੋਈ। ਮਹਾਰਾਜ ਵਿਆਖਿਆ ਕਰ ਰਹੇ ਨੇ, ਮਹਾਰਾਜ ਕਹਿੰਦੇ ਜਿਹਨੂੰ ਨੰਗੇ ਅੱਖਰ ਰਾਹੀਂ ਗਿਆਨ ਦੀ ਸੋਝੀ ਆ ਗਈ, ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਪੜਿਆ ਹੋਇਆ ਅਸਲ 'ਚ ਉਹਨੂੰ ਕਹਿੰਦੇ। ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮੈਂ ਦੇਖਦਾ ਤੇ ਮਹਾਰਾਜ ਨੇ ਕੁਝ ਉਦਾਹਰਨਾਂ ਦਿੱਤੀਆਂ ਵੀ ਜੇ ਪੜਿਆ ਲਿਖਿਆ ਬੰਦਾ, ਗਿਆਨਵਾਨ ਬੰਦਾ, ਸੋਝੀ ਵਾਲਾ ਬੰਦਾ, ਇਹ ਵੀ ਗੁਰੂ ਗ੍ਰੰਥ ਸਾਹਿਬ 'ਚੋਂ ਕਹਿਣ ਲੱਗਿਆ ਜੇ ਕੁਰਾਹੇ ਪੈ ਜਾਏ ਕੌਮਾਂ ਬਰਬਾਦ ਕਰਕੇ ਰੱਖ ਦਿੰਦਾ, ਜੇ ਕੋ ਗਿਆਨਵਾਨ ਸੋਝੀਵਾਨ ਕੁਰਾਹੇ ਪੈ ਜਾਏ। ਕੋਲੋਂ ਨਹੀਂ ਕਹਿਣ ਲੱਗਿਆ, ਤਿੰਨ ਉਦਾਹਰਨਾਂ ਗੁਰੂ ਗ੍ਰੰਥ ਸਾਹਿਬ 'ਚ ਦੇਣ ਲੱਗੇ। ਮਹਾਰਾਜ ਨੇ ਕਿਹਾ ਹਰਨਾ ਬਾਜਾਂ ਤੈ ਸਿਕਦਾਰਾਂ, ਇਹਨਾਂ ਪੜਿਆ ਨਾਉ। ਆ ਸਮਝਿਓ ਥੋੜਾ ਜਿਹਾ ਧਿਆਨ ਦਿਓ ਜੇ ਇਹਦਾ ਪੰਕਤੀਆਂ ਵੱਲੇ। ਮਹਾਰਾਜ ਕਹਿੰਦੇ ਹਰਨਾ ਬਾਜਾਂ ਤੈ ਸਿਕਦਾਰਾਂ। ਹਰਨ ਮਤਲਬ ਸਾਰੇ ਸਮਝ ਗਏ ਸੀ, ਬਾਜ ਵੀ ਸਮਝ ਗਏ। ਸਿਕਦਾਰ ਦਾ ਮਤਲਬ ਹੁੰਦਾ ਐਲਕਾਰ, ਚੌਧਰੀ ਜਾਂ ਜਿਹੜੇ ਲੋਕ ਇਉਂ ਕਹਿ ਲਓ ਵੀ ਦਫ਼ਤਰੀ ਕੰਮ ਕਰਦੇ, ਚਲੋ ਸੌਖਾ ਸਮਝ ਆ ਜਾਏਗਾ ਸਭ ਨੂੰ, ਐਲਕਾਰ ਮੁਲਾਜ਼ਮ ਕਹਿ ਲਓ। ਮਹਾਰਾਜ ਕਹਿੰਦੇ ਇਹਨਾਂ ਨੂੰ ਲੋਕੀ ਪੜਿਆ ਲਿਖਿਆ ਚ ਮੰਨਦੇ ਨੇ। ਹਰਨ ਨੂੰ ਸ਼ਿਕਾਰੀ ਲਿਆਉਂਦਾ ਉਹਦਾ ਬੱਚਾ ਆਪਣੇ ਕੋਲੇ, ਬੰਦੇ ਦੀ ਉਹ ਸੰਗਤ ਕਰਦਾ ਹੈ ਹਰਨ, ਉਹਨੂੰ ਸਿਖਾ ਦਿੱਤਾ ਜਾਂਦਾ ਹਰਨ ਨੂੰ। ਉਹ ਸਿਖਾਇਆ ਹੋਇਆ ਹਰਨ ਤੇ ਸਿਖਾਇਆ ਹੋਇਆ ਬਾਜ ਇਹ ਕੀ ਕਰਦੇ ਨੇ? ਅਗਲੀ ਤੁਕ ਚ ਮਹਾਰਾਜ ਉਹਨਾਂ ਨੂੰ ਕਹਿ ਰਹੇ ਨੇ, ਇਹ ਤਿੰਨਾਂ ਜਾਣਿਆਂ ਨੂੰ ਕਹਿੰਦੇ ਵੀ ਬਹੁਤ ਪੜ੍ਹੇ ਲਿਖੇ ਨੇ। ਹਰਨਾ ਬਾਜਾ ਤੈ ਸਿਕਦਾਰਾ, ਇਹਨਾਂ ਪੜ੍ਹਿਆ ਨਾ, ਇਹਨਾਂ ਦਾ ਪੜ੍ਹਿਆ ਲਿਖਿਆ ਚ ਨਾ ਆਉਂਦਾ ਹੈ। ਪਰ ਮਹਾਰਾਜ ਕਹਿੰਦੇ ਤਿੰਨੋਂ ਜਦੋਂ ਕਰਾਹੇ ਪੈ ਜਾਣ ਤੇ ਕੀ ਕਰਦੇ ਨੇ? ਫਾਂਦੀ ਲੱਗੀ ਜਾਤ ਭਵਾਇਨ ਅੱਗੇ ਨਹੀਂ ਥਾਂ। ਹੁਣ ਫਾਂਦੀ ਲੱਗੀ ਦਾ ਮਤਲਬ ਕੀ ਹੋਇਆ? ਮਹਾਰਾਜ ਕਹਿੰਦੇ ਹਰਨ ਨੇ ਸੰਗਤ ਕੀਤੀ ਬੰਦੇ ਦੀ, ਬੰਦੇ ਨੇ ਸਿਖਾ ਦਿੱਤਾ ਤੇ ਜਾ ਕੇ ਉਹਨੇ ਜੰਗਲ ਛੱਡ ਦਿੱਤਾ। ਆਪਣੇ ਵਰਗੀ ਜਾਤ ਦੇ ਸਾਰੇ ਇਕੱਠੇ ਕਰ ਲਏ ਉਹਨੇ। ਉਹਨਾਂ ਵਿਚਾਰਿਆਂ ਵਿਸ਼ਵਾਸ ਕਰ ਲਿਆ ਵੀ ਗੱਲਾਂ ਇਹਦੀਆਂ ਬੜੀਆਂ ਵਧੀਆ ਨੇ, ਹੈ ਬੰਦਾ ਬੜਾ ਵਧੀਆ, ਬਾਹਰੋਂ ਤੇ ਬੜਾ ਚੰਗਾ ਲੱਗਦਾ ਹੈ। ਇਹ ਹਰਨ ਦੂਜੇ ਦੇ ਵਿਚਾਰੇ ਭੁਲੇਖਾ ਖਾ ਗਏ ਨਾ ਵੀ ਸਾਡਾ ਇਹ ਭਰਾ ਪੜ੍ਹ ਲੈ ਕੇ ਆਇਆ ਹੈ, ਚਲੋ ਇਹਦੀ ਸੰਗਤ ਕਰੀਏ। ਇਹ ਵਿਆਖਿਆ ਹੈ ਜੋ ਮੈਂ ਸ਼ਲੋਕ ਪੜ੍ਹ ਰਿਹਾ ਉਹਦੀ। ਉਹਨੂੰ ਕਹਿੰਦੇ, ਕਿਉਂਕਿ ਇਹ ਨਹੀਂ ਕਿ ਹਰਨ ਨੂੰ ਇਸ ਤਰ੍ਹਾਂ ਗੱਲਾਂ ਕਰ ਰਿਹਾ, ਪਰ ਉਹਦੀ ਵਿਆਖਿਆ ਕਰਨ ਲਈ ਮੈਨੂੰ ਕਹਿਣਾ ਪੈ ਰਿਹਾ ਵੀ ਉਹ ਕਹਿ ਰਹੇ ਨੇ ਦੂਸਰੇ ਹਰਨ ਨੂੰ ਦੇ ਵੀ ਸਾਡਾ ਭਰਾ ਪੜ੍ਹ ਕੇ ਆਇਆ, ਸਿੱਖ ਕੇ ਆਇਆ, ਲੰਮਾ ਸਮਾਂ ਕਿਤੇ ਰਹਿ ਕੇ ਆਇਆ, ਹੁਣ ਸਾਡੇ ਕੋਲੇ ਆਇਆ, ਇਹਦੀ ਸੰਗਤ ਕਰੀਏ ਕਿ ਅਸੀਂ ਵੀ ਗੱਲਾਂ ਦੀਆਂ ਚਾਰ ਚੰਗੀਆਂ ਸਿੱਖ ਲਈਏ। ਤੇ ਮਹਾਰਾਜ ਕਹਿੰਦੇ ਉਹਦੇ ਤੇ ਵਿਸ਼ਵਾਸ ਕਰ ਲਿਆ ਉਹਨਾਂ ਨੇ, ਬਾਜ ਦੇ ਉੱਤੇ ਵਿਸ਼ਵਾਸ ਕਰ ਲਿਆ ਉਹਦੀ ਜਾਤ ਵਾਲਿਆਂ ਨੇ ਵੀ ਸਾਡਾ ਹੀ ਭਰਾ ਹੈ, ਜਿਵੇਂ ਅਸੀਂ ਉੱਡਦੇ ਐਵੇਂ ਇਹ ਉੱਡਦਾ ਹੈ, ਸਾਡੀ ਜਾਤ ਦਾ ਸਾਡਾ ਭਰਾ ਪੜ੍ਹ ਲੈ ਕੇ ਆਇਆ ਹੈ। ਤੇ ਮਹਾਰਾਜ ਕਹਿੰਦੇ ਕੀਤਾ ਕੀ ਉਹਨਾਂ ਨੇ? ਹਰਨ ਨੇ ਕੀ ਕੀਤਾ? ਆਪਣੇ ਨਾਲ ਮਗਰ ਲਾ ਲਏ, ਉਹਦੇ ਤੇ ਭਰੋਸਾ ਕਰ ਲਿਆ, ਦੂਸਰਿਆਂ ਨੇ ਭਰੋਸਾ ਕਰਕੇ ਮਗਰ ਲਾ ਲਿਆ। ਆਪ ਪੜ੍ਹਿਆ ਲਿਖਿਆ ਸੀ, ਸ਼ਿਕਾਰੀ ਦੇ ਘਰੇ ਵੜ ਗਿਆ, ਦੂਜੇ ਸਾਰੇ ਮਰਵਾ ਦਿੱਤੇ, ਕਿਉਂਕਿ ਆਪ ਸਿਆਣਾ ਸੀ ਨਾ, ਪਤਾ ਸੀ ਉਹਨੂੰ ਤਾਂ ਸਿਖਾਇਆ ਸੀ। ਆਪ ਸਿੱਖਿਆ ਹੋਇਆ ਬਚ ਗਿਆ, ਬਾਕੀ ਦੇ ਮਗਰ ਲੱਗੇ ਜਿਹੜੇ ਵਿਸ਼ਵਾਸ ਕਰਕੇ ਸੀ ਭੋਲੇ ਭਾਲੇ, ਉਹ ਸਾਰੇ ਮਰਵਾ ਦਿੱਤੇ। ਬਾਜ ਦੇ ਉੱਤੇ ਵਿਸ਼ਵਾਸ ਕਰ ਲਿਆ ਉਹਦੀ ਜਾਤ ਵਾਲਿਆਂ ਨੇ, ਉਹ ਅਸਮਾਨ 'ਚ ਉੱਡਦਾ, ਉਹ ਕਹਿੰਦਾ ਮੇਰੇ ਵਰਗੇ ਹੀ ਨੇ, ਉਹ ਫੜ ਫੜ ਕੇ ਲਿਆਉਂਦਾ ਤੇ ਸ਼ਿਕਾਰੀ ਦੇ ਅੱਗੇ ਲਿਆ ਕੇ ਸੁੱਟੀ ਜਾਂਦਾ ਹੈ। ਤੀਸਰਾ ਹੋ ਗਿਆ ਸਿੱਖ ਮਾਰ ਕਹਿੰਦੇ ਹਰਨਾ ਬਾਜਾ ਤੈ ਸਿਕਦਾਰਾ। ਅਸੀਂ ਭੁਲੇਖਾ ਖਾ ਗਏ ਵੀ ਇਹ ਜਿਹੜੇ ਲੋਕ, ਮੈਂ ਵੇਖੋ ਜਦੋਂ ਗੱਲ ਹੁੰਦੀ ਹੈ ਨਾ, ਕੋਈ ਵੀ ਗੱਲ ਹੋਵੇ ਉਹਦਾ ਮਤਲਬ ਸਮੁੱਚੀ ਮਾਨਵਤਾ ਵਾਸਤੇ ਵੀ ਗੁਰੂ ਦਾ ਵਚਨ ਹੁੰਦਾ ਹੈ। ਜਦੋਂ ਕਥਾਕਾਰ ਕੋਈ ਗੱਲ ਕਰ ਰਿਹਾ ਹੁੰਦਾ ਤੇ ਉਹਦਾ ਮਤਲਬ ਵੀ ਸਮੁੱਚੀ ਮਾਨਵਤਾ ਵਾਸਤੇ ਸ਼ਬਦ ਹੁੰਦਾ ਹੈ। ਇਹ ਨਹੀਂ ਕਿ ਹਰ ਮਹਿਕਮੇ ਵਿੱਚ ਹਰ ਤਰ੍ਹਾਂ ਦੇ ਬੰਦੇ ਚੰਗੇ ਵੀ ਹੋਣੇ, ਮਾੜੇ ਵੀ ਹੋਣੇ। ਹੁਣ ਜਿਹੜੀ ਗੱਲ ਮੈਂ ਕਰ ਲਾਂਗਾ ਹਰੇਕ ਥੋੜਾ ਝੁਕ ਸਕਦੀ ਹੈ। ਬਹੁਤ ਇੱਥੇ ਮੈਂ ਵੇਖੇ ਨੇ ਲੋਕ ਜਿਹੜੇ ਸਰਵਿਸਾਂ ਕਰਕੇ ਇੰਨੀ ਇਮਾਨਦਾਰੀ ਦੇ ਨਾਲ ਅੱਜ ਵੀ ਕਰ ਰਹੇ ਤੇ ਕਰ ਵੀ ਚੁੱਕੇ ਜਿਹੜੇ ਲੋਕ, ਬੜੀ ਇਮਾਨਦਾਰੀ ਨਾਲ ਹਰ ਮਹਿਕਮੇ 'ਚ ਤੁਹਾਨੂੰ ਮਿਲ ਜਾਣਗੇ ਲੋਕ
ਜਿਹੜੇ ਸਾਰੀ ਉਮਰ ਕੋਈ ਪੈਸਾ ਨਹੀਂ ਲਿਆ, ਕੋਈ ਰਿਸ਼ਵਤ ਨਹੀਂ ਲਈ, ਕਿਸੇ ਦੇ ਧੱਕਾ ਨਹੀਂ ਕੀਤਾ, ਸੋਹਣੀ ਜ਼ਿੰਦਗੀ ਅੱਜ ਵੀ ਜੀਉ ਰਹੇ ਨੇ ਹਰ ਮਹਿਕਮੇ ਵਿੱਚ, ਤੇ ਕਈਆਂ ਨੇ ਜਿਉਂ ਵੀ ਲਿਆ ਹੈ। ਮੈਂ ਤਾਂ ਕਹਿਣ ਲੱਗਿਆ ਹਰੇਕ ਉੱਤੇ ਗੱਲ ਨਹੀਂ ਢੁਕਦੀ ਹੁੰਦੀ ਜਿਹੜੀ ਮੈਂ ਕਰਨ ਲੱਗਿਆ। ਹੁਣ ਅਸੀਂ ਵਿਸ਼ਵਾਸ ਕਰ ਲਿਆ ਵੀ ਇਹ ਪੜ੍ਹੇ ਲਿਖੇ ਨੇ, ਇਹਨਾਂ ਨੂੰ ਸਮਝ ਸੂਝ-ਬੂਝ ਬੜੀ ਹੈ ਕਿ ਉਹ ਪੜ੍ਹਿਆ ਲਿਖਿਆ ਨੇ। ਜੇ ਮੰਨ ਲਓ ਨੁਕਸਾਨ ਕਰ ਦਿੱਤਾ, ਮੰਨ ਲਓ ਅਸੀਂ ਕਿਸੇ ਦਫ਼ਤਰ ਚਲੇ ਗਏ, ਮੰਨ ਲਓ ਮੈਂ ਉਦਾਹਰਨ ਨਹੀਂ ਦੇਣ ਲੱਗਾ, ਹੁਣ ਇਹਨੂੰ ਜਿਹੜੀ ਮੈਂ ਉਦਾਹਰਨ ਦੇਣ ਲੱਗਾ ਮੈਂ ਫਿਰ ਬੇਨਤੀ ਕਰ ਲਵਾਂ ਖਿਮਾ ਮੰਗ ਕੇ, ਸਿਰਫ ਮੈਂ ਇੱਕ ਪ੍ਰਮਾਣ ਦੇ ਰਿਹਾ, ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ। ਮੰਨ ਲਓ ਇੱਕ ਡਾਕਟਰ ਨੇ 20 ਸਾਲ ਲਾਏ, ਅਸੀਂ ਉਹਦੇ ਤੇ ਵਿਸ਼ਵਾਸ ਕਰ ਲਿਆ ਵੀ ਇੰਨੀ ਵਿਚਾਰੇ ਨੇ ਪੜ੍ਹਾਈ ਕੀਤੀ, ਇੰਨੀ ਮਿਹਨਤ ਕੀਤੀ, ਦਿਨ ਰਾਤ ਇੱਕ ਕੀਤਾ, ਇਹਨੂੰ ਸਾਡੇ ਸਰੀਰ ਦੀ ਸਾਰੀ ਸਮਝ ਆ ਗਈ, ਸਾਰੀ ਸੋਝੀ ਆ ਗਈ, ਇਹਨੂੰ ਪਤਾ ਲੱਗ ਗਿਆ, ਅਸੀਂ ਚਲੇ ਗਏ। ਉਹਨੇ ਬੇਈਮਾਨ ਨੇ ਮਾਇਆ ਦੀ ਖਾਤਰ ਬੰਦੇ ਦੇ ਕੱਢ ਕੇ ਪੁਰਜੇ ਤੇ ਵੇਚ ਦਿੱਤੇ ਬਾਹਰ, ਉਹਨੂੰ ਕੀ ਕਰੋਗੇ? ਪੜ੍ਹਿਆ ਲਿਖਿਆ ਕਹੋਗੇ ਉਹਨੂੰ? ਉਹਨੇ ਸਿਰਫ ਸਵਾਰਥ ਦੀ ਖਾਤਰ, ਮੈਂ ਟਾਰਗੇਟ ਬਣਾ ਕੇ ਨਹੀਂ ਕਹਿ ਰਿਹਾ, ਮੈਂ ਕਹਿੰਦਾ ਹਰੇਕ ਤੇ ਨਹੀਂ, ਸਿਰਫ ਸਮਝਾਉਣ ਵਾਸਤੇ ਕਹਿ ਰਿਹਾ। ਮੰਨ ਲਓ ਕੋਈ ਤਹਿਸੀਲਦਾਰ ਹੈ, ਕੋਈ ਪੁਲਿਸ ਵਿੱਚ ਹੈ, ਕੋਈ ਵਕੀਲ ਹੈ, ਕੋਈ ਡਾਕਟਰ ਹੈ, ਕੋਈ ਟੀਚਰ ਹੈ, ਕੋਈ ਵੀ ਹੈ, ਅਸੀਂ ਉਹਨਾਂ ਤੇ ਵਿਸ਼ਵਾਸ ਕਰ ਲਿਆ ਵੀ ਇਹ ਸਮਾਜ ਨੂੰ ਕੁਝ ਦੇਣਗੇ, ਇਹ ਪੜ੍ਹੇ ਲਿਖੇ ਲੋਕ ਨੇ, ਇਹ ਸਮਾਜ ਦਾ ਕੁਝ ਭਲਾ ਕਰਨਗੇ। ਪਰ ਜੇ ਉਹਨਾਂ ਹੀ ਲੋਕਾਂ ਨੇ ਸਮਾਜ ਦੀ ਬਰਬਾਦੀ ਕਰਤੀ, ਤੇ ਮਹਾਰਾਜ ਕਹਿੰਦੇ ਅਸੀਂ ਵਿਸ਼ਵਾਸ ਕਰ ਲਿਆ ਇਸ ਕਰਕੇ ਵੀ ਇਹ ਗਿਆਨਵਾਨ ਬੜੇ ਨੇ, ਪੜ੍ਹੇ ਲਿਖੇ ਬੜੇ ਨੇ, ਸੋਝੀ ਬੜੀ ਹੈ, ਪਰ ਉਹਨਾਂ ਨੇ ਤਾਂ ਪਰਾਏ ਪਾ ਦਿੱਤਾ। ਤਾਂ ਕਰਕੇ ਮੈਂ ਕਹਿ ਰਿਹਾ, ਸ਼ਲੋਕ ਬਹੁਤ ਕੁਝ ਕਹਿ ਰਿਹਾ ਅੱਜ ਵਾਲਾ। ਮਹਾਰਾਜ ਕਹਿ ਰਹੇ ਨੇ ਕਿ ਹਰਨਾ ਬਾਜਾ ਤੈ ਸਿਕਦਾਨਾ, ਇਹਨਾਂ ਪੜਿਆ ਨਾਉ ਫਾਂਦੀ ਲੱਗੀ ਜਾਤ ਭਵਾਇਣ, ਅੱਗੇ ਨਾ ਹੀ ਥਾਉ। ਅੱਗੇ ਫਿਰ ਮਹਾਰਾਜ ਵਿਆਖਿਆ ਕਰਦੇ ਨੇ, ਹੁਣ ਕਹਿੰਦੇ ਨੇ ਸੋ ਪੜਿਆ ਸੋ ਪੰਡਿਤ ਬੀਨਾ, ਬੀਨਾ ਕਹਿੰਦੇ ਨੇ ਸਿਆਣੇ ਨੂੰ, ਮਾਰ ਕਹਿੰਦੇ ਆ ਹੈ ਗਿਆਨੀ। ਸੋ ਪੜਿਆ ਸੋ ਪੰਡਿਤ ਬੀਨਾ, ਜਿਨੀ ਕਮਾਣਾ ਨਾਉ ਪਹਿਲੋਂ ਦੇ ਜੜ ਅੰਦਰ ਜੰਮੈ। ਉਹ ਗੁਰਮੁਖੋ ਦਰਖਤ ਉਹੀ ਪੈਦਾ ਹੁੰਦਾ ਜਿਹੜਾ ਪਹਿਲਾਂ ਬੀਜ ਜ਼ਮੀਨ ਵਿੱਚ ਦੱਬ ਦਈਏ। ਜਿਹੜਾ ਜ਼ਮੀਨ 'ਚ ਬੀਜ ਗਿਆ ਹੀ ਨਾ ਹੋਵੇ, ਦਰਖਤ ਕਿਸ ਤਰ੍ਹਾਂ ਬਣ ਜਾਏਗਾ? ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਉ। ਮਹਾਰਾਜ ਕਹਿੰਦੇ ਉਹ ਗੱਲਾਂ ਕਰਨ ਵਾਲਿਆ, ਪਹਿਲਾਂ ਆਪਣੇ ਜ਼ਿੰਦਗੀ ਵਿੱਚ ਵੀ ਕਮਾਓ ਉਹਨਾਂ ਗੱਲਾਂ ਨੂੰ। ਮੈਂ ਆਪਣੇ ਆਪ ਨੂੰ ਸ਼ਾਮਲ ਕਰਕੇ ਵੀ ਕਹਿ ਰਿਹਾ, ਸਾਰੇ ਮੈਂ ਵੀ ਕਹਿ ਰਿਹਾ ਕਿ ਆਪਣੇ ਮਨ ਨੂੰ ਸਮਝਾ ਰਿਹਾ, ਮਨਾ ਅਸੀਂ ਕਮਾਈਏ ਉਹਨਾਂ ਗੱਲਾਂ ਨੂੰ। ਮਹਾਰਾਜ ਕਹਿੰਦੇ ਪਹਿਲੋਂ ਦੇ ਜੜ ਅੰਦਰ ਜੰਮੇ, ਜੋ ਕਹਿ ਰਿਹਾ ਉਹਨੂੰ ਜ਼ਿੰਦਗੀ 'ਚ ਕਮਾ, ਤਾਂ ਉੱਪਰ ਹੋਵੇ ਛਾਉ, ਤਾਂ ਛਾਂ ਹੋ ਸਕਦੀ ਹੈ ਜੇ ਬੀਜ ਦਰਖਤ ਦਾ ਧਰਤੀ ਵਿੱਚ ਗਿਆ ਹੋਵੇ ਤਾਂ। ਇਹ ਹੈ ਗਿਆਨੀ ਦੀ ਵਿਆਖਿਆ ਜੋ ਮਹਾਰਾਜ ਕਰ ਰਹੇ ਨੇ। ਇੱਕ ਸ਼ਬਦ ਹੋ ਗਿਆ ਕਹਿ ਕੇ ਕਬੀਰ ਸਾਹਿਬ ਦਾ ਫਿਰ ਮੈਂ ਸਮਾਪਤੀ ਕਰਾਂਗਾ, ਕਿਉਂਕਿ ਹੁਣ ਮੈਂ ਬੋਲ ਰਿਹਾ ਗਿਆਨੀ ਉੱਤੇ। ਪਹਿਲਾਂ ਭੈ ਕਾਹੂ ਕੋ ਦੇਤ ਨੇ ਨਹਿ ਪੈ ਮਾਨ ਥਾਲ, ਤੋਂ ਕੁੱਤੇ ਆਪਾਂ ਬੋਲੇ ਆ, ਹੁਣ ਆਪਾਂ ਬੋਲ ਰਹੇ ਸਿਰਫ ਇੱਕੇ ਤੋਂ ਕੁੱਤੇ ਗਿਆਨੀ ਦੇ। ਮਹਾਰਾਜ ਕਹਿ ਰਹੇ ਨੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿ ਇਹ ਜੇ ਉਹਨਾਂ ਨੇ ਪੜ੍ਹਿਆ ਲਿਖਿਆ ਨੇ, ਮੈਂ ਜਿਹੜਾ ਸ਼ਲੋਕ ਪੜ੍ਹ ਕੇ ਸੁਣਾਇਆ, ਜੇ ਉਹਨਾਂ ਨੇ ਸਮਾਜ ਦਾ ਭਲਾ ਨਹੀਂ ਕੀਤਾ ਤੇ ਉਹਨਾਂ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਪੜ੍ਹਿਆ ਲਿਖਿਆ ਵਿੱਚ ਆ ਸਕਣ ਜਾਂ ਅਖਵਾ ਸਕਣ। ਇੱਥੇ ਹੁਣ ਮਹਾਰਾਜ ਕਹਿ ਰਹੇ ਨੇ ਕੀ ਨਿਸ਼ਾਨੀ ਹੁੰਦੀ ਹੈ ਗਿਆਨਵਾਨ ਦੀ, ਕੀ ਨਿਸ਼ਾਨੀ ਹੁੰਦੀ ਹੈ ਗਿਆਨੀ ਦੀ। ਜਦੋਂ ਗਿਆਨੀ ਜਾਂ ਗਿਆਨ ਆਉਂਦਾ ਉਹਦੀਆਂ ਨਿਸ਼ਾਨੀਆਂ ਨੇ ਕੁਝ, ਉਹ ਨਿਸ਼ਾਨੀਆਂ ਕਬੀਰ ਸਾਹਿਬ ਨੇ ਆਪਣੇ ਇੱਕ ਸ਼ਬਦ ਵਿੱਚ ਕਹੀਆਂ ਨੇ ਔਰ ਸੰਬੋਧਨ ਕਰਕੇ ਕਿਹਾ, ਦੇਖੋ ਭਾਈ ਗਿਆਨ ਕੀ ਆਈ ਆਂਧੀ। ਆ ਹੈ ਗਿਆਨੀ ਦੀ ਵਿਆਖਿਆ। ਕਬੀਰ ਸਾਹਿਬ ਕਹਿੰਦੇ ਦੇਖੋ ਸੰਸਾਰ ਦੇ ਲੋਕੋ, ਗਿਆਨ ਦੀ ਹਨੇਰੀ ਮੇਰੇ ਅੰਦਰ ਆ ਗਈ। ਜਿੱਤੇ ਜਿਹੜਾ ਬਾਹਰ ਨਕਸ਼ਾ ਬਣਾਇਆ ਨਾ ਕਬੀਰ ਸਾਹਿਬ ਨੇ ਸ਼ਬਦ ਵਿੱਚ, ਉਹ ਇੱਕ ਛਪਰੀ ਦਾ ਨਕਸ਼ਾ ਬਣਿਆ ਸਾਰਾ। ਇੱਕ ਛਪਰੀ ਹੈ, ਛੰਨ ਹੈ, ਜਿਹਦੇ ਥੱਲੇ ਥੰਬਲੇ ਦਿੱਤੇ ਹੋਏ ਨੇ। ਉਹਨੂੰ ਛੰਨ ਸਾਰੇ ਸਮਝਦੇ ਕਾਨਿਆਂ ਦੀ ਬਣਾਈ ਜਾਂਦੀ, ਜਿਵੇਂ ਵਲਾ ਪਾਇਆ ਜਾਂਦਾ, ਉਹਦੇ ਥੱਲੇ ਥੰਮੇ ਦਿੱਤੇ ਜਾਂਦੇ ਨੇ, ਉਸ ਨੂੰ ਜਿਵੇਂ ਬੰਨਿਆ ਜਾਂਦਾ ਹੈ। ਉਹ ਛੰਨ ਦੀ ਉਦਾਹਰਨ ਲੈ ਕੇ ਅੰਦਰ ਦੀ ਸਾਰੀ ਗੱਲ ਸੁਣਾ ਰਹੇ ਨੇ। ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੇ ਉਡਾਨੀ ਭ੍ਰਮ ਕੀ ਟਾਟੀ, ਰਹਿਓ ਨਾ ਮਾਇਆ ਬਾਂਧੀ। ਆ ਹੈ ਜਦੋਂ ਕੋਈ ਗਿਆਨੀ ਬਣਦਾ ਜਾਂ ਜਿਹਨੇ ਗਿਆਨੀ ਬਣਨਾ ਜਾਂ ਜਿਹਨੇ ਸੂਝਵਾਝ ਸਿਆਣਿਆਂ ਵਿੱਚ ਦਾਖਲ ਹੋਣਾ, ਤੇ ਕੀ ਨਿਸ਼ਾਨੀਆਂ ਨੇ ਉਹਦੀਆਂ ਕਬੀਰ ਸਾਹਿਬ ਨੇ ਇੱਕ ਸ਼ਬਦ ਵਿੱਚ ਬਿਆਨ ਕਰ ਦਿੱਤੀਆਂ। ਕਹਿੰਦੇ ਜਦੋਂ ਮੇਰੇ ਜ਼ਿੰਦਗੀ ਵਿੱਚ ਗਿਆਨ ਦੀ ਹਨੇਰੀ ਹੈ, ਆਂਧੀ ਮੈਣਿਆ ਹਨੇਰੀ ਝੱਖੜ ਹੈ। ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੇ ਉਡਾਨੀ ਭ੍ਰਮ ਕੀ ਟਾਟੀ, ਰਹਿਓ ਨਾ ਮਾਇਆ ਬਾਂਧੀ। ਜਿਹੜੀ ਉਹ ਛੰਨ ਸੀ ਨਾ, ਕਬੀਰ ਸਾਹਿਬ ਕਹਿੰਦੇ ਜਦੋਂ ਹਨੇਰੀ ਆਈ, ਜਿਹੜਾ ਚਾਰ ਚਪੇਰੇ ਉਹਨੂੰ ਬੰਦ ਕੀਤਾ ਸੀ ਨਾ, ਟਾਟੀ ਮੈਨੇ ਹੁੰਦਾ ਜਿਹੜਾ ਚਾਰ ਚਪੇਰੇ ਉਹਨੂੰ ਕਾਨੇ ਲਾ ਕੇ ਬੰਦ ਕਰਨਾ ਹੈ। ਛੰਨ ਨੂੰ ਪਹਿਲਾਂ ਉੱਪਰ ਪਾਤੀ, ਫਿਰ ਉਹਦੀਆਂ ਤਿੰਨ ਸਾਈਡਾਂ ਜਿਹੜੀਆਂ ਕਵਰ ਕਰਨੀਆਂ, ਇੱਕ ਉਹਦੀ ਸਾਈਡ ਖੁੱਲੀ ਰੱਖੀ ਜਾਂਦੀ ਹੈ। ਕਬੀਰ ਸਾਹਿਬ ਜੀ ਕਹਿੰਦੇ ਹਨੇਰੀ ਆਈ ਤੇ ਕੀ ਹੋਇਆ, ਉਸ ਹਨੇਰੀ ਨਾਲ ਜਿਹੜੀ ਛੰਨ ਸੀ ਨਾ, ਉਹ ਜਿਹੜਾ ਚਾਰ ਚਪੇਰਾ ਸੀ ਉਹ ਡਿੱਗ ਪਿਆ। ਉਹ ਕਿਹੜਾ ਚਾਰ ਚਪੇਰਾ? ਭਰਮ ਦਾ ਨਾਲ ਉਹਦੀ ਵਿਆਖਿਆ ਕਰ ਰਹੇ ਨੇ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੇ ਉਡਾਨੀ ਭ੍ਰਮ ਕੀ
ਟਾਟੀ ਭ੍ਰਮ ਦੀ, ਉਹ ਜਿਹੜੀ ਛਪਰੀ ਦੇ ਘੇਰੇ ਘੇਰੇ ਬਣਿਆ ਹੋਇਆ ਜਿਹੜਾ ਘੇਰਾ ਘੇਰਾ ਹੈ, ਉਹ ਭਰਮ ਦਾ ਮੇਰੇ ਜ਼ਿੰਦਗੀ ਜੀਵਨ 'ਚ ਬਣਿਆ ਸੀ, ਉੱਡ ਗਿਆ। ਹੁਣ ਕੀ ਦੇਖੀਏ, ਸਾਡੇ ਅੰਦਰ ਭਰਮ ਚਲਿਆ ਗਿਆ। ਜੇ ਭਰਮ ਉਸੇ ਤਰ੍ਹਾਂ ਅਸੀਂ ਪਾਲ ਰਹੇ, ਹਰ ਚੀਜ਼ ਦਾ ਭਰਮ ਪਾਲ ਰਹੇ, ਨਿੱਕੀਆਂ ਨਿੱਕੀਆਂ ਗੱਲਾਂ ਦੇ ਭਰਮ ਪਾਲ ਰਹੇ। ਭਰਮ ਦਾ ਮਤਲਬ ਹੁੰਦਾ ਜੋ ਮਨ ਵਿੱਚ ਹੀ ਉਹ ਸੱਚਾਈ ਨਹੀਂ ਹੈ। ਬਾਣੀ ਜਿਹਦੀ ਵਿਆਖਿਆ ਉਹ ਕੀਤੀ ਹੈ ਕਿ ਮਾਧਵੇ ਕਿਆ ਕਹੀਏ ਭ੍ਰਮ ਐਸਾ, ਭਰਮ ਕਿਹਨੂੰ ਕਹਿੰਦੇ ਨੇ? ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਜਿਹਨੂੰ ਮਨ ਬੈਠੇ ਉਹ ਅਸਲ 'ਚ ਹੈ ਨਹੀਂ, ਇਹਨੂੰ ਭਰਮ ਕਹਿੰਦੇ ਆ। ਕਬੀਰ ਸਾਹਿਬ ਕਹਿੰਦੇ ਜਦੋਂ ਗਿਆਨ ਦੀ ਹਨੇਰੀ ਆਈ ਤੇ ਸਾਰਾ ਭਰਮ ਜਿਹੜਾ ਸੀ ਅੰਦਰੋਂ ਚਲਿਆ ਗਿਆ। ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸਭੇ ਉਡਾਨੀ ਭ੍ਰਮ ਕੀ ਟਾਟੀ, ਰਹਿਓ ਨਾ ਮਾਇਆ ਬਾਂਦੀ। ਅੱਗੇ ਕਹਿੰਦੇ ਦੁਚਿੱਤੇ ਕੀ ਦੋ ਥੂਨ ਗਿਰਾਨੀ। ਥੂਨ ਦਾ ਥੂਨ ਕਹਿੰਦੇ ਥੰਮੀ ਨੂੰ, ਥੰਮੀਆਂ ਹੁੰਦੀਆਂ ਨਾ ਥੱਲੇ ਨਿਸ਼ਾਨਾਂ ਦੇ। ਦੁਚਿੱਤੇ ਦੀ ਮਤਲਬ ਹੋ ਗਿਆ ਦੁਚਿੱਤਾਪਨ, ਦੁਬਦਾ ਵਿੱਚ ਕਹਿ ਲੋ, ਸੌਖਾ ਸਮਝ ਆ ਜਾਏਗਾ। ਦੁਬਦਾ, ਦੁਚਿੱਤਾਪਨ, ਮਨ ਦਾ ਫੈਸਲਾ ਨਾ ਹੋ ਸਕਣਾ। ਗੁਰਦੁਆਰੇ ਜਾਵਾਂ ਕਿ ਨਾ ਜਾਵਾਂ, ਬਾਣੀ ਪੜਾਂ ਕਿ ਨਾ ਪੜਾਂ, ਸੰਗਤ ਕਰਾਂ ਕਿ ਨਾ ਕਰਾਂ, ਦਾਨ ਪੁੰਨ ਕਰਾਂ ਕਿ ਨਾ ਕਰਾਂ, ਸੇਵਾ ਕਰਾਂ ਕਿ ਨਾ ਕਰਾਂ, ਇਹਨੂੰ ਦੁਬਦਾ ਕਹਿੰਦੇ ਆ। ਇਹਨੂੰ ਦੁਚਿੱਤਾਪਨ ਕਹਿੰਦੇ, ਵੀ ਦੁਬਦਾ 'ਚ ਹੀ ਪੈ ਰਹਿਣਾ, ਵੀ ਇਹ ਕੰਮ ਕਰਾਂ ਕਿ ਨਾ ਕਰਾਂ, ਕਰਾਂ ਕਿ ਨਾ ਕਰਾਂ, ਇਹਨੂੰ ਦੁਚਿੱਤਾਪਨ ਕਹਿੰਦੇ ਆ। ਸਾਰੀ ਜ਼ਿੰਦਗੀ ਇਹਦੇ 'ਚ ਨਿਕਲ ਜਾਂਦੀ ਬੰਦੇ ਦੀ ਦੁਚਿੱਤੇਪਨ ਵਿੱਚ, ਵੀ ਇਹ ਕਰਾਂ ਕਿ ਨਾ ਕਰਾਂ। ਮਹਾਰਾਜ ਕਹਿੰਦੇ ਨੇ ਦੁਚਿੱਤਾਪਨ ਖਤਮ ਕਰਨ ਦਾ ਬਹੁਤ ਸੌਖਾ ਤਰੀਕਾ ਮਹਾਰਾਜ ਨੇ ਦੱਸਿਆ। ਉਹ ਸਹਿਸਤ੍ਰ ਦੀ ਵਿੱਚ ਇੱਕ ਹੀ ਸ਼ਬਦ 'ਚ ਮਹਾਰਾਜ ਨੇ ਬਿਆਨ ਕਰਤਾ, ਦੁਚਿੱਤਾਪਨ ਖਤਮ ਕਰਨਾ ਤੇ ਕੀ ਉਹਦਾ ਹੱਲ ਹੈ। ਮਹਾਰਾਜ ਕਹਿੰਦੇ ਨੇ ਨੈ ਬਿਲੰਬ ਧਰਮੰ ਬਿਲੰਬ ਪਾਪੰ। ਆਹ ਹੈ ਦੁਚਿੱਤਾਪਨ ਖਤਮ ਕਰਨ ਦਾ ਇੱਕ ਸਕਿੰਟ 'ਚ ਫੈਸਲਾ ਲੈ ਸਕਦੇ ਆਪਾਂ। ਮਹਾਰਾਜ ਕਹਿੰਦੇ ਨੈ ਬਿਲੰਬ ਧਰਮੰ ਬਿਲੰਬ ਪਾਪੰ। ਬਿਲੰਬ ਦਾ ਮਤਲਬ ਹੁੰਦਾ ਦੇਰੀ। ਮਹਾਰਾਜ ਕਹਿੰਦੇ ਜਿਹੜਾ ਕੰਮ ਮੰਨ ਲਓ ਧਰਮ ਦਾ ਹੋਵੇ, ਚੰਗਾ ਹੋਵੇ, ਜਿਹਦੇ 'ਚ ਸਾਨੂੰ ਇਹ ਕਹਿ ਲਓ ਕਿ ਚਲੋ ਆਪਣਾ ਫਾਇਦਾ ਨਾ ਵੀ ਹੁੰਦਾ ਹੋਵੇ, ਜੇ ਦੂਜੇ ਦਾ ਵੀ ਫਾਇਦਾ ਹੋ ਰਿਹਾ, ਮੰਨ ਲਓ ਜਿਹਦੇ 'ਚ ਕੋਈ ਭਲਾ ਹੋ ਰਿਹਾ, ਉਹਨੂੰ ਕਰਨ ਲਈ ਸਕਿੰਟ ਵੀ ਨਾ ਲਾ ਕਰਦੇ ਉਹਨੂੰ। ਇਹ ਹੈ ਦੁਚਿੱਤੇਪਨ 'ਚੋਂ ਬਾਹਰ ਨਿਕਲਣ ਦਾ ਸੌਖਾ ਜਿਹਾ ਹੱਲ। ਜਿਹੜਾ ਕੰਮ, ਕਿਉਂਕਿ ਹਰ ਬੰਦੇ ਦਾ ਮਨ ਤਾਂ ਜਾਣਦਾ ਹੀ, ਜਦੋਂ ਮਨ ਫੁਰਨੇ ਬਣਾਉਂਦਾ ਉਸੇ ਵੇਲੇ ਪਤਾ ਤਾਂ ਲੱਗ ਹੀ ਜਾਂਦਾ ਵੀ ਮੈਂ ਜੋ ਸੋਚਿਆ ਇਹ ਚੰਗਾ ਕਿ ਮਾੜਾ ਹੈ। ਉਸੇ ਵੇਲੇ ਫੈਸਲਾ ਆ ਜਾਂਦਾ ਸਾਡੇ ਅੰਦਰੋਂ ਹੀ। ਮਹਾਰਾਜ ਕਹਿੰਦੇ ਜਦੋਂ ਫੈਸਲਾ ਇੱਕਦਮ ਫੁਰਨਾ ਬਣੇ, ਮਨ ਦੇ ਤੇ ਫੁਰਨਾ ਬਣਾਵੇ ਤੇ ਬੁੱਧੀ ਫੈਸਲਾ ਕਰਕੇ ਦੱਸ ਦੇਵੇ ਵੀ ਚੰਗਾ ਕੰਮ ਹੀ ਕਰ ਲੈ, ਮਹਾਰਾਜ ਕਹਿੰਦੇ ਫਿਰ ਦੇਰੀ ਨਾ ਕਰੋ, ਉਸੇ ਵੇਲੇ ਕਰ ਦੇ। ਤੇ ਦੂਸਰਾ ਨਾ, ਮਹਾਰਾਜ ਕਹਿੰਦੇ ਬਿਲੰਬ ਪਾਪੰ, ਬਿਲੰਬ ਮੈਨੇ ਗਿਆ ਦੇਰੀ ਪਾਪ। ਮਹਾਰਾਜ ਕਹਿੰਦੇ ਮੰਨ ਲਓ ਤੇਰੇ ਅੰਦਰ ਬੁਰਾਈ ਦਾ ਫੁਰਨਾ ਉੱਠਿਆ, ਉਦੋਂ ਤੇਰੀ ਬੁੱਧੀ ਕਹੇਗੀ ਕੰਮ ਬੁਰਾਈ, ਕੰਮ ਮਾੜਾਈ ਨਾ ਕਰੀ, ਤੈਨੂੰ ਇਹਦਾ ਤੈਨੂੰ ਭੁਗਤਣਾ ਪਏਗਾ ਖਮਿਆਜਾ। ਬੁੱਧੀ ਤੈਨੂੰ ਉਸੇ ਵੇਲੇ ਕਹਿ ਦੇਗੀ, ਉਦੋਂ ਫੈਸਲਾ ਲੈ ਲੈ ਵੀ ਨਹੀਂ ਕਰਨਾ। ਮੇਰੀ ਮੱਤ, ਮੇਰੀ ਬੁੱਧ ਕਹਿ ਰਹੀ ਹੈ ਵੀ ਤੇਰੇ ਭਲੇ ਦਾ ਕੰਮ ਨਹੀਂ, ਤੇਰਾ ਨੁਕਸਾਨ ਹੋਏਗਾ। ਹੁਣ ਤੈਨੂੰ ਹੋ ਸਕਦਾ ਲੱਗਦਾ ਵੀ ਫਾਇਦਾ ਹੁੰਦਾ, ਜਾਂ ਤੈਨੂੰ ਹੁਣ ਇਹੋ ਲੱਗਦਾ ਵੀ ਸ਼ਾਇਦ ਨੁਕਸਾਨ ਨਹੀਂ, ਆਉਣ ਵਾਲੇ ਸਮੇਂ 'ਚ ਤੇਰਾ ਨੁਕਸਾਨ ਹੋ ਜਾਣਾ ਹੀ। ਇਹ ਬੁੱਧੀ ਤੈਨੂੰ ਬਾਰ-ਬਾਰ ਕਹੇਗੀ ਬੁਰਾ ਕੰਮ ਕਰਨ ਵਾਲਿਆ, ਉਦੋਂ ਫੈਸਲਾ ਲੈ ਲੈ ਵੀ ਨਹੀਂ ਕਰਨਾ। ਇਹ ਹੈ ਦੁਬਦਾ 'ਚੋਂ ਨਿਕਲਣ ਦਾ ਬਹੁਤ ਸੌਖਾ ਤਰੀਕਾ। ਕਬੀਰ ਸਾਹਿਬ ਕਹਿੰਦੇ ਦੁਚਿੱਤੇ ਕੀ ਦੋ ਥੂਣ ਗਿਰਾਨੀ, ਦੁਚਿੱਤੇ ਦੁਬਦਾ ਦੀ ਥੰਮੀ ਆਉ ਗਈ ਡਿੱਗ ਕੇ। ਦੁਚਿੱਤੇ ਕੀ ਦੋ ਥੂਣ ਗਿਰਾਨੀ, ਮੋਹ ਬਲੇਡਾ ਟੂਟਾ। ਜਿਹੜਾ ਉੱਪਰ ਵੱਡਾ ਸਾਰਾ ਸ਼ਤੀਰ ਪਾਇਆ ਹੋਇਆ ਸੀ ਨਾ, ਬੜਾ ਪਾਇਆ ਹੋਇਆ ਸੀ, ਜਿਹੜਾ ਉੱਪਰ ਵਿਚਕਾਰ ਪਾਇਆ ਤਾਂ ਮੁੜ ਕੇ ਉਹਨੂੰ ਇਸ ਤਰ੍ਹਾਂ ਆਪਾਂ ਢਾਲ ਕੇ ਛੰਨ ਬਣਾਉਣੀ, ਜਿਹੜਾ ਵਿਚਕਾਰ ਵੱਡਾ ਸੀ ਉਹ ਵੀ ਡੁੱਬ ਗਿਆ, ਡਿੱਗ ਪਿਆ ਥੱਲੇ, ਟੁੱਟ ਗਿਆ। ਹੁਣ ਹੈ ਬਾਹਰ ਛੰਨ ਦੀ ਗੱਲ ਹੋ ਰਹੀ ਹੈ, ਅੰਦਰ ਦੀ ਸਾਰੀ ਗੱਲ ਚੱਲਦੀ ਪਈ। ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸਭੇ ਉਡਾਨੀ ਭ੍ਰਮ ਕੀ ਟਾਟੀ, ਰਹਿਓ ਨਾ ਮਾਇਆ ਬਾਂਦੀ। ਦੁਚਿੱਤੇ ਕੀ ਦੋ ਥੂਣ ਗਿਰਾਨੀ, ਮੋਹ ਬਲੇਡਾ ਟੂਟਾ। ਮੋਹ ਦਾ ਉਹ ਬੜਾ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ, ਮੋਹ ਬਲੇਡਾ ਟੂਟਾ। ਤ੍ਰਿਸ਼ਨਾ ਸ਼ਾਨ ਭਰੀ ਧਾਰ ਉੱਪਰ, ਸਾਰੀ ਦੀ ਸਾਰੀ ਸ਼ਾਨ ਜ਼ਮੀਨ ਤੇ ਡਿੱਗ ਪਈ। ਕਬੀਰ ਸਾਹਿਬ ਕਹਿ ਰਹੇ ਨੇ, ਤ੍ਰਿਸ਼ਨਾ ਸ਼ਾਨ ਭਰੀ ਧਾਰੇ ਉੱਪਰ, ਦੁਰਮਤ ਭਾਂਡਾ ਫੂਟਾ। ਦੁਰਮਤ ਕਿਹਾ ਇੱਥੇ, ਦੁਰਮਤ ਦਾ, ਖੋਟੀ ਮਤ ਦਾ, ਭੈੜੀ ਬੁੱਧੀ ਦਾ ਜਿਹੜਾ ਭਾਂਡਾ ਸੀ ਨਾ, ਉਹ ਵੀ ਨਾਲ ਹੀ ਟੁੱਟ ਗਿਆ। ਕਿਉਂਕਿ ਜਦੋਂ ਛੰਨ 'ਚ ਕੁਝ ਨਾ ਕੁਝ ਤੇ ਪਿਆ ਹੀ ਸੀ ਨਾ, ਭਾਂਡੇ ਆਦਿਕ ਪਏ ਸੀ। ਜਦੋਂ ਛੰਨ ਡਿੱਗੀ, ਬੜਾ ਵੀ ਟੁੱਟ ਗਿਆ, ਜਿਹੜਾ ਉਹਦੇ ਤੇ ਕਾਨਿਆਂ ਦਾ ਬਣਿਆ ਉਹ ਵੀ ਟੁੱਟ ਗਿਆ, ਥੰਮੀਆਂ ਵੀ ਟੁੱਟ ਗਈਆਂ, ਜਿਹੜੇ ਅੰਦਰ ਭਾਂਡੇ ਪਏ ਸੀ ਸਾਰੇ ਟੁੱਟ ਗਏ। ਇਹ ਅੰਦਰ ਦੀ ਕਹਿ ਰਹੇ ਨੇ ਕਬੀਰ ਸਾਹਿਬ ਸਾਰੀ ਗੱਲ, ਦੁਰਮਤ ਭਾਂਡਾ ਫੂਟਾ। ਹੁਣ ਇਸ ਤੋਂ ਬਾਅਦ ਕੀ ਹੋਇਆ? ਕਹਿੰਦੇ ਆਂਦੀ ਪਾਛੈ ਜੋ ਜਲ ਬਰਖੈ। ਹਨੇਰੀ ਤੋਂ ਬਾਅਦ ਕੀ ਹੁੰਦਾ ਭਲਾ? ਮੀਂਹ ਆਉਂਦਾ ਨਾ, ਜਦੋਂ ਹਵਾ ਚੱਲੇ, ਹਨੇਰੀ ਚੱਲੇ, ਫਿਰ ਬਾਅਦ 'ਚ ਮੀਂਹ ਆਉਂਦਾ ਹੈ। ਕਬੀਰ ਸਾਹਿਬ ਕਹਿੰਦੇ ਫਿਰ ਇੰਨਾ ਮੋੜੇ ਧਾਰ ਮੀਂਹ ਪਿਆ, ਇੰਨਾ ਮੋੜੇ ਧਾਰ ਮੀਂਹ ਪਿਆ ਕਿ ਸਾਰਾ ਕੁਝ ਰੋੜ ਕੇ ਹੀ ਲੈ ਗਿਆ। ਇਹ ਹੈ ਨਾਮ ਦੀ, ਅੱਜ ਹੁਣ ਆਪਾਂ ਬੈਠੇ ਆ ਨਾ,
ਇੱਥੇ ਬੈਠੇ ਇਹ ਹੈ ਮੋਹਲੇ ਧਾਰ ਮੀਂਹ ਪੈ ਰਿਹਾ ਗੁਰੂ ਦੇ ਨਾਮ ਦਾ, ਕੀਰਤਨ ਰੂਪ ਵਿੱਚ, ਬਾਣੀ ਰੂਪ ਵਿੱਚ, ਕਥਾ ਰੂਪ ਵਿੱਚ ਇਹ ਮੋਹਲੇ ਧਾਰ ਮੀਂਹ ਪੈ ਰਿਹਾ ਸਾਡੇ ਸਾਰਿਆਂ ਦੇ ਮਨਾਂ ਉੱਤੇ। ਤੇ ਕਬੀਰ ਸਾਹਿਬ ਕਹਿੰਦੇ ਨੇ ਹੋਇਆ ਹੁਣ ਪਤਾ ਕੀ, ਆਂਦੀ ਪਾਸ਼ਾ ਜੋ ਜਲ ਵਰਖੈ ਤੇ ਤੇਰਾ ਜਨ ਭੀਨਾ। ਕਹਿੰਦੇ ਇੰਨਾ ਭਾਰੀ ਮੀਂਹ ਪਿਆ, ਕਹਿੰਦੇ ਮੈਂ ਭਿੱਜ ਗਿਆ ਉਹਦੇ ਵਿੱਚ। ਇਹ ਹੈ ਨਾਮ ਦਾ ਜਦੋਂ ਬਰਸਾਤ ਹੋਈ, ਨਾਮ ਦਾ ਮੀਂਹ ਪਿਆ, ਆ ਅੰਦਰਲਾ ਮਨ ਭਿੱਜ ਗਿਆ। ਹੁੰਦਾ ਸੱਚ ਇਸ ਤਰ੍ਹਾਂ ਹੀ ਹੈ ਗੁਰਮੁਖੋ। ਹੁਣ ਜਦੋਂ ਆਪਾਂ ਬੈਠੇ ਆ ਗੁਰੂ ਦੇ ਕੋਲੇ, ਬਾਣੀ ਪੜ੍ਹਦੇ ਆ, ਪਾਠ ਕਰਦੇ ਆ, ਕੀਰਤਨ ਸੁਣਦੇ ਆ, ਆਪਣੀ ਮਰਜ਼ੀ ਨਾਲ ਅਸੀਂ ਆਪ ਬਾਣੀ ਪੜ੍ਹਦੇ ਆ ਜਾਂ ਸੰਗਤ ਕਰਦੇ ਆ, ਕਿ ਸਾਡਾ ਮਨ ਨਿਰਮਲ ਹੁੰਦਾ ਨਹੀਂ? ਕਿ ਸਾਡੇ ਮਨ ਦੇ ਅੰਦਰ ਇਹ ਸ਼ੁੱਧਤਾ ਬਣਦੀ ਨਹੀਂ? ਕਿੰਨਾ ਕੁ ਸਾਡਾ ਮਨ ਜਿਹੜਾ ਸੰਗਤ ਵਿੱਚ ਆ ਕੇ ਬਹੁਤ ਕੁਝ ਇੱਧਰ ਉੱਧਰ ਦਾ ਬਣਿਆ ਹੁੰਦਾ ਨਾ, ਉਹ ਇੱਕ ਵਾਰ ਸਾਫ਼ ਜ਼ਰੂਰ ਹੁੰਦਾ। ਇਹਨੂੰ ਅਸੀਂ ਮੰਨੀਏ ਚਾਹੇ ਨਾ ਮੰਨੀਏ, ਇਹ ਸਫਾਈ ਹੁੰਦੀ ਹੈ। ਐਵੇਂ ਨਹੀਂ ਆਪਾਂ ਬਹਿੰਦੇ ਇੱਥੇ ਆ ਕੇ ਮੇਰੇ ਕੋਲ ਫਾਰਮੈਲਿਟੀ ਥੋੜਾ ਹੈ। ਭਾਵਨਾ ਜੇ ਗੱਲ ਤਾਂ ਫਿਰ ਭਾਵਨਾ ਦੀ ਆ ਕੇ ਬਣਦੀ ਹੈ ਨਾ। ਜੇ ਭਾਵਨਾ ਬਣਾ ਕੇ ਦੇਖੀਏ ਤੇ ਗੁਰੂ ਇਸ ਵੇਲੇ ਜੋ ਬਰਸਾਤ ਕਰ ਰਿਹਾ ਹੈ, ਨਾਮ ਦੀ ਵਰਖਾ ਕਰ ਰਿਹਾ ਹੈ, ਇਹਦੇ ਨਾਲ ਸਾਡੇ ਸਾਰਿਆਂ ਦੇ ਮਨ ਐ ਪਵਿੱਤਰ ਸਾਫ਼ ਹੁੰਦੇ ਆ। ਬਸ ਫਰਕ ਇੰਨਾ ਹੀ ਪੈਂਦਾ ਹੈ ਕਿ ਜਦੋਂ ਅਸੀਂ ਉਸ ਨਿਰਮਲ ਹੋਏ ਮਨ ਨੂੰ ਫਿਰ ਮੈਲਾ ਬਣਾ ਲੈਨੇ ਆਪਣੀ ਮਰਜ਼ੀ ਨਾਲ ਹੀ, ਆਪਣੇ ਫਰਮਿਆਂ ਕਰਕੇ ਆਪ ਬਣਾ ਲੈਨੇ। ਗੁਰੂ ਤਾਂ ਨੂੰ ਮੈਲਾ ਨਹੀਂ ਕਰਦਾ, ਅਸੀਂ ਬਣਾ ਲੈਨੇ ਮੈਲਾ। ਕਬੀਰ ਸਾਹਿਬ ਕਹਿੰਦੇ ਹੋਇਆ ਕਿ ਆਂਦੀ ਪਾਸ਼ਾ ਜੋ ਜਰ ਵਰਖੈ ਤੇ ਤੇਰਾ ਜਨ ਭੀਨਾ। ਕਹਿ ਕਬੀਰ ਮਨ ਭਇਆ ਪ੍ਰਗਾਸਾ। ਆ ਹੈ ਗਿਆਨੀ ਦੀ ਵਿਆਖਿਆ। ਕਹਿੰਦੇ ਮਨ ਪ੍ਰਗਾਸ਼ ਖੇੜਾ ਆ ਗਿਆ, ਹੁਣ ਅੰਦਰ ਖੇੜਾ ਆ ਗਿਆ, ਅੰਦਰੋਂ ਹਨੇਰਾ ਚੁੱਕਿਆ ਗਿਆ। ਉਦੈ ਭਾਨ ਜਬ ਚੀਨਾ। ਉਦੈ ਭਾਨ ਦਾ ਮਤਲਬ ਭਾਨ ਸੂਰਜ ਨੂੰ ਕਹਿੰਦੇ ਆ। ਹੁਣ ਹੋਇਆ ਕਿ ਛੰਨ ਡਿੱਗੀ, ਹਨੇਰੀ ਨਾਲ ਮੀਂਹ ਪਿਆ। ਮੀਂਹ ਪੈਣ ਤੋਂ ਬਾਅਦ ਐ ਬੱਦਲ ਸੋਹਣੇ ਆ ਗਏ ਤੇ ਸੂਰਜ ਦੀ ਟਿੱਕੀ ਨਿਕਲ ਆਈ। ਫਿਰ ਆਪਾਂ ਵੇਖ ਕੇ ਕਹਿੰਦੇ ਵਾਹ ਵਾਹ ਕਿਆ ਸੋਹਣਾ ਬੱਦਲ, ਕਿਆ ਸੋਹਣਾ ਉਹ ਜਿਹੜਾ ਮੌਸਮ ਬਣਦਾ ਨਾ ਇੰਨਾ ਸ਼ਾਨਦਾਰ, ਉਹਦਾ ਨਕਸ਼ਾ ਅੰਦਰ ਬਣਾ ਰਹੇ ਨੇ। ਕਹਿੰਦੇ ਜਿਵੇਂ ਬਾਹਰ ਸੂਰਜ ਨਾ ਉਹਦਾ ਸੋਹਣਾ ਸੂਰਜ, ਬੱਦਲ ਹੈ ਚਮਕਦੇ ਪਏ ਨੇ। ਕਬੀਰ ਸਾਹਿਬ ਕਹਿੰਦੇ ਮੀਂਹ ਪਿਆ, ਛੰਨ ਡਿੱਗੀ ਅੰਦਰ ਦੀ, ਭਰਮ ਦੀ, ਦੁਬਦਾ ਦੀ, ਦੁਚਿੱਤੇ ਪਾਉਂਦੀ। ਫਿਰ ਗੁਰੂ ਨੇ ਕਿਰਪਾ ਕਰਕੇ ਨਾਮ ਦੀ ਵਰਖਾ ਕਰਕੇ ਅੰਦਰ ਨੂੰ ਧੋ ਦਿੱਤਾ। ਹੁਣ ਗੁਰੂ ਦੇ ਗਿਆਨ ਦਾ ਸੂਰਜ ਅੰਦਰ ਚੜ ਗਿਆ। ਇਹ ਸੂਰਜ ਨੂੰ ਡੁੱਬਣ ਵਾਲਾ ਨਹੀਂ ਹੈ। ਆ ਬਾਹਰਲਾ ਤੇ ਹਨੇਰਾ ਕਦੀ ਆ ਗਿਆ ਕਦੀ ਚਲਿਆ ਗਿਆ ਨਾ, ਤੇ ਅੰਦਰ ਦਾ ਚੜਿਆ ਹੋਇਆ ਸੂਰਜ ਡੁੱਬਣ ਵਾਲਾ ਨਹੀਂ। ਉਹ ਤੇ ਸੂਰਜ ਇਹੋ ਜਿਹਾ ਚੜਿਆ ਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਬ ਤੋਂ ਜਾਏ ਚੜ੍ਹੇ ਸਿੰਘਾਸਣ, ਮਿਲੇ ਹੈ ਸਾਰਿਕ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕਿਆ ਪਛਾਣੀ। ਉਹ ਤੇ ਰੱਬ ਦਾ ਹੀ ਰੂਪ ਹੋ ਗਿਆ ਕਬੀਰ ਸਾਹਿਬ। ਮਹਾਰਾਜ ਜੋ ਅੱਜ ਦੇ ਸ਼ਲੋਕ ਵਿੱਚ ਕਹਿ ਰਹੇ ਨੇ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਇਹ ਹੈ ਗਿਆਨੀ ਦੀ ਵਿਆਖਿਆ, ਗਿਆਨਵਾਨ ਦੀ ਵਿਆਖਿਆ। ਇਹ ਹੈ ਕਿ ਨਾ ਭੈ ਦੇਣਾ, ਨਾ ਭੈ ਮੰਨਣਾ। ਜਿਹਨੂੰ ਸਮਝ ਸੂਝ ਬੂਝ ਆ ਜਾਂਦੀ, ਜ਼ਿੰਦਗੀ ਜਿਉਣ ਦਾ ਢੰਗ ਆ ਜਾਂਦਾ ਹੈ, ਤਰੀਕਾ ਆ ਜਾਂਦਾ ਹੈ, ਉਹੀ ਮਨੁੱਖ ਅਸਲ ਵਿੱਚ ਗਿਆਨੀ ਹੈ, ਗਿਆਨਵਾਨ ਹੈ। ਤੇ ਮੈਂ ਬੇਨਤੀ ਕਰ ਰਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਖੁਦ ਇਸ ਸ਼ਲੋਕ ਦੀ ਆਪ ਵਿਆਖਿਆ ਕਰਕੇ ਗਏ ਨੇ ਜ਼ਿੰਦਗੀ ਵਿੱਚ। ਉਹਨਾਂ ਦੇ ਪੁੱਤਰ ਵਿਆਖਿਆ ਕਰ ਗਏ, ਉਹਨਾਂ ਦੇ ਪੋਤਰੇ ਵਿਆਖਿਆ ਕਰ ਗਏ, ਤੇ ਅੱਗੋਂ ਗੁਰੂ ਕਾ ਖਾਲਸਾ, ਗੁਰੂ ਕੇ ਸਿੱਖ ਕਮਾਈ ਵਾਲੇ ਉਹ ਵੀ ਇਹਦੀ ਵਿਆਖਿਆ ਕਰ ਗਏ ਵੀ ਨਾ ਡਰ ਦਿੱਤਾ, ਨਾ ਡਰ ਮੰਨਿਆ, ਅੰਦਰ ਗੁਰੂ ਦਾ ਗਿਆਨ ਹਾਸਲ ਕਰ ਲਿਆ, ਗੁਰੂ ਦੇ ਗਿਆਨ ਨਾਲ ਸੋਝੀ ਆ ਗਈ, ਉਹ ਗਿਆਨਵਾਨ ਬਣ ਗਏ। ਮਹਾਰਾਜ ਅੱਜ ਦੇ ਸ਼ਲੋਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਵੀ ਕਿਰਪਾ ਕੀਤੀ ਹੈ। ਇੱਕ ਵਾਰ ਫਿਰ ਸ਼ਲੋਕ ਪੜਿਓ ਜੇ ਕਿ ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਤੇ ਜੇ ਇਹਨੂੰ ਇਉਂ ਲੈਣਾ ਹੋਵੇ ਕਿ ਮੂਲ ਮੰਤਰ ਦੀਆਂ ਦੋ ਤੁਕਾਂ ਵੀ ਇਹਦੀ ਵਿਆਖਿਆ ਕਰਦੀਆਂ ਨੇ, ਨਿਰਭਉ ਨਿਰਵੈਰ ਵੀ ਇਹੀ ਸ਼ਲੋਕ ਦੀ ਵਿਆਖਿਆ ਉਹਦੇ ਵਿੱਚ। ਨਿਰਭਉ ਤੇ ਨਿਰਵੈਰ ਹੋਣਾ, ਇਹਦਾ ਮਤਲਬ ਇਹ ਹੋ ਗਿਆ ਕਿ ਉਹ ਕਿਸੇ ਨੂੰ ਭੈ ਨਹੀਂ ਦਿੰਦਾ। ਨਿਰਭਉ ਦਾ ਮਤਲਬ ਹੁੰਦਾ ਕਿ ਭੈ ਨਾ ਮੰਨਣਾ, ਨਿਰਵੈਰ ਦਾ ਮਤਲਬ ਹੋ ਗਿਆ ਭੈ ਨਾ ਦੇਣਾ, ਤੇ ਨਿਰਭਉ ਦਾ ਮਤਲਬ ਹੋ ਗਿਆ ਭੈ ਨਾ ਮੰਨਣਾ। ਮੈਂ ਤਾਂ ਬੇਨਤੀ ਕੀਤੀ ਸ਼ੁਰੂ ਚ ਇੱਕ ਵਾਰ ਕਿ ਭੈ ਦੇ ਅਰਥ ਅਸੀਂ ਉਹ ਨਾ ਕੱਢੀਏ। ਸਮਾਜ ਚੱਲਣਾ ਤੇ ਕੁਝ ਭੈ ਜਿਹੜੇ ਸਾਨੂੰ ਮੰਨਣੇ ਪੈਣੇ, ਜੋ ਜ਼ਿੰਦਗੀ ਨਾਲ ਚੱਲਣੇ ਨੇ। ਸਮਾਜ ਦਾ ਭੈ ਹੈ, ਪੁਲਿਸ ਦਾ ਭੈ ਹੈ, ਕਾਨੂੰਨ ਦਾ ਭੈ ਹੈ, ਇਹ ਸਾਰੇ ਡਰ ਭੈ ਨੇ। ਇਹ ਵੀ ਸਾਡੀ ਜ਼ਿੰਦਗੀ ਨੂੰ ਤੋੜਦੇ ਨੇ, ਇਹ ਤੋਂ ਬਿਨਾਂ ਚੱਲਣਾ ਔਖਾ ਹੈ। ਪਰ ਸਾਧ ਸੰਗਤ ਜੀ ਕੁਝ ਉਹ ਨੇ ਜਿਹੜੇ ਬੰਦਾ ਐਵੇਂ ਵਾਧੂ ਦੇ ਬਣਾ ਕੇ ਇਹ ਹੁਣ ਇਹੋ ਕਹਿ ਲਓ ਕਿ ਮਜ਼ਲੂਮ ਉੱਤੇ, ਗਰੀਬ ਉੱਤੇ, ਆਪਣੇ ਤੋਂ ਛੋਟੇ ਤੇ ਧੱਕਾ ਨਾ ਕਰਨਾ, ਤੇ ਆਪਣੇ ਤੋਂ ਵੱਡੇ ਤੇ ਕਿਸੇ ਕਾਰਨ ਕਰਕੇ ਉਹਦੇ ਅੱਗੇ ਝੁਕਣਾ ਨਾ। ਉਹ ਭਾਵੇਂ ਜ਼ਾਲਮ ਹੋਵੇ, ਭਾਵੇਂ ਉਹ ਨਿਰਦਈ ਹੋਵੇ, ਭਾਵੇਂ ਉਹ ਬਾਦਸ਼ਾਹ ਹੋਵੇ, ਸਾਡੇ ਅੰਦਰ ਦੇ
ਵਿਚਾਰਾਂ ਨੂੰ ਜਾਂ ਸਾਡੇ ਅੰਦਰ ਦੇ ਜੀਵਨ ਨੂੰ ਜੇ ਕੋਈ ਬੰਦਾ ਉਹਨੂੰ ਕੋਸ਼ਿਸ਼ ਕਰੇ ਤਬਦੀਲ ਕਰਨ ਦੀ, ਉਸ ਆਪਣੀਆਂ ਗੁਰੂ ਦੀ ਜਿਹੜੀ ਗੁਰੂ ਨੇ ਅੰਦਰ ਕਿਰਪਾ ਕੀਤੀ ਸਿੱਖੀ ਵਾਲੀ, ਉਹ ਸਿੱਖੀ ਵਾਲੀ ਅੰਦਰ ਦੀ ਵਿਚਾਰਧਾਰਾ ਨੂੰ ਕੋਈ ਕਿਸੇ ਤਰੀਕੇ ਨਾਲ ਵੀ ਖਤਮ ਕਰਨਾ ਚਾਹੇ, ਉਹਨੂੰ ਨਾ ਹੋਣ ਦੇਣਾ, ਇਹਨੂੰ ਹੈ ਭੈ ਨਾ ਮੰਨਣਾ। ਆ ਸੌਖੀ ਜੀ ਵਿਆਖਿਆ ਮੈਂ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਮੈਂ ਪਹਿਲਾਂ ਕਹਿ ਦਿੱਤਾ ਮੈਂ ਤਾਂ ਕੇਵਲ ਇਸ ਸ਼ਲੋਕ ਨੂੰ ਪੜ੍ਹ ਸਕਦਾ, ਉਹਦੀ ਵਿਆਖਿਆ ਬੋਲ ਕੇ ਕਰ ਸਕਦਾ, ਜੋ ਪੜ੍ਹਿਆ, ਜੋ ਸੁਣਿਆ, ਜੋ ਸਮਝਿਆ ਹੈ ਇਸ ਸ਼ਲੋਕ ਦੇ ਰਾਹੀਂ। ਪਰ ਫਿਰ ਬੇਨਤੀ ਕਰਾਂ, ਇਹਨੂੰ ਹਰ ਬੰਦਾ ਆਪਣੀ ਜ਼ਿੰਦਗੀ 'ਚ ਖੁਦ ਕਮਾਵੇ, ਤਾਂ ਪਤਾ ਲੱਗਣਾ ਵੀ ਕੀ ਹੈ ਭੈ ਤੇ ਕੀ ਹੈ ਨਾ ਭੈ ਦੇਣਾ, ਕੀ ਹੈ ਗਿਆਨੀ। ਇਹਦੀ ਵਿਆਖਿਆ ਖੁਦ ਅਸੀਂ ਆਪਣੀ ਜ਼ਿੰਦਗੀ 'ਚ ਆਪ ਕਰ ਸਕਦੇ ਹਾਂ। ਮਾਲਕ ਕਿਰਪਾ ਕਰੇ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਭ ਨੂੰ ਗੁਰਬਾਣੀ ਰਾਹੀਂ ਸੋਝੀ ਆ ਜਾਏ, ਸੂਝ ਬੂਝ ਆ ਜਾਵੇ, ਤਾਂ ਕਿ ਅਸੀਂ ਆਪਣਾ ਜੀਵਨ ਸਵਾਰ ਸਕੀਏ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।